Hello everyone, my name is Sandeep Kaur. Currently, I'm in Melbourne, Australia. I'm a student of IT department in Charlestown University in the Melbourne campus. Today, I'm here to share quick information about my previous schooling with all you guys. I got state merit in the 12th standard with 95% marks, as well as I got state merit in 10th standard with 98% marks. All the credit of my success goes to my parents as well as my school teachers. I just want to give a special thanks to my school teachers, especially Mr. Napri Singh, who always encouraged me to achieve that success in my life. He's my physics teacher and he put lots of effort to achieve that success in my life. As a teacher, he's very hardworking. His way of teaching is very interesting and it's very different from all other teachers. And as a human nature, he's very supportive. He's my inspiration. He's always my motivation. He always motivated me to achieve the success in my life. And I just want to give a special thanks to him. And nowadays, he just started a YouTube channel, Accelerated Physics, through which he can spread and he can share the information about each and every topic of the physics with all you guys. So I just want to tell you that you should subscribe that channel on the YouTube, through which you can get a wide information about the topic of physics. And I think it is a very appreciated effort of Napri sir, and I just want to wish you all the best, guys. Thank you. ਵੈਲਕਮ ਟੂ ਐਕਸੀਲਰੇਟਰ ਕਲਾਸਿਸ। ਜਿਵੇਂ ਕਿ ਅਸੀਂ ਲਾਸਟ ਕਲਾਸ ਦੇ ਵਿੱਚ ਰਿਫਰੈਕਸ਼ਨ ਡਿਸਕਸ ਕਰ ਰਹੇ ਸੀ ਅਤੇ ਅਸੀਂ ਲਾਸਟ ਕਲਾਸ ਦੇ ਵਿੱਚ ਲੈਂਸ ਦੇ ਨਾਲ ਰਿਲੇਟਡ ਕੁਝ ਪੈਰਾਮੀਟਰ ਦੇਖੇ, ਕੁਝ ਗੱਲਾਂ ਸਿੱਖੀਆਂ ਜਿਹੜੀਆਂ ਕਿ ਸਾਨੂੰ ਇਮੇਜ ਫਾਰਮੇਸ਼ਨ ਦੇ ਵਿੱਚ ਕਾਫੀ ਮਦਦਗਾਰ ਸਾਬਿਤ ਹੋਣਗੀਆਂ। ਅਤੇ ਅਸੀਂ ਇਹ ਵੀ ਦੇਖਿਆ ਕਿ ਕਿਹੜੀ ਇਨਸੀਡੈਂਟ ਰੇ ਆ ਉਹ ਕਿਸ ਤਰ੍ਹਾਂ ਦਾ ਬਿਹੇਵ ਕਰਦੀ ਆ। ਜਿਵੇਂ ਕਿ ਅਸੀਂ ਦੇਖਿਆ ਸੀ ਕਿ ਜੇਕਰ ਇਨਸੀਡੈਂਟ ਰੇ ਪ੍ਰਿੰਸੀਪਲ ਐਕਸਿਸ ਮਤਲਬ ਮੁੱਖ ਧੁਰੇ ਦੇ ਪੈਰਲਲ ਆਉਂਦੀ ਆ ਤਾਂ ਉਹ ਰਿਫਰੈਕਟ ਹੋ ਕੇ ਫੋਕਸ ਦੇ ਵਿੱਚੋਂ ਗੁਜ਼ਰਦੀ ਆ, ਅਤੇ ਜਾਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਫੋਕਸ ਦੇ ਵਿੱਚੋਂ ਹੋ ਰਹੀ ਹੈ। ਹੁਣ ਅਸੀਂ ਕਨਵੈਕਸ ਅਤੇ ਕਨਕੇਵ ਲੈਂਸ ਦੁਆਰਾ ਬਣਾਏ ਗਏ ਇਮੇਜ ਦੀ ਜਿਹੜੀ ਆ ਸੰਰਚਨਾ ਨੂੰ ਸਮਝਾਂਗੇ। ਜਿਵੇਂ ਕਿ ਅਸੀਂ ਕਨਕੇਵ ਮਿਰਰ ਦੇ ਕੇਸ ਵਿੱਚ ਕੀਤਾ ਸੀ ਕਿ ਕਨਕੇਵ ਮਿਰਰ ਦੇ ਸਾਹਮਣੇ ਵੱਖ-ਵੱਖ ਸਥਾਨਾਂ 'ਤੇ ਜਦੋਂ ਅਸੀਂ ਆਬਜੈਕਟ ਨੂੰ ਰੱਖਦੇ ਸੀ ਅਤੇ ਉਹਦਾ ਜਿਹੜਾ ਇਮੇਜ ਆ ਉਹਦਾ ਕਰੈਕਟਰ, ਉਹਦਾ ਕਿਰਦਾਰ ਵੱਖ-ਵੱਖ ਸਾਨੂੰ ਮਿਲਦਾ ਸੀ। ਅਸੀਂ ਕਈ ਜਗ੍ਹਾ 'ਤੇ ਕਹਿੰਦੇ ਸੀ ਕਿ ਇਮੇਜ ਰੀਅਲ ਆ, ਕਿਸੇ ਵੇਲੇ ਕਹਿੰਦੇ ਸੀ ਕਿ ਇਮੇਜ ਵਰਚੁਅਲ ਆ, ਅਤੇ ਕਦੇ ਅਸੀਂ ਕਹਿੰਦੇ ਸੀ ਕਿ ਇਹ ਸਿੱਧਾ ਬਣਿਆ ਜਾਂ ਪੁੱਠਾ ਬਣਿਆ। ਠੀਕ ਆ। ਹੁਣ ਉਸੇ ਤਰੀਕੇ ਨਾਲ ਹੀ ਕਨਕੇਵ ਮਿਰਰ ਦੇ ਕੇਸ ਵਿੱਚ ਅਸੀਂ ਇੱਕ ਟੇਬਲ ਬਣਾਇਆ ਸੀ। ਉਹ ਟੇਬਲ, ਛੋਟਾ ਜਿਹਾ ਟੇਬਲ ਮੈਂ ਇੱਥੇ ਵੀ ਬਣਾ ਲੈਂਦਾ ਅਤੇ ਇਹਦੇ ਵਿੱਚ ਮੈਂ ਲਿਖ ਲੈਂਦਾ ਕਿ ਪਹਿਲੇ ਨੰਬਰ 'ਤੇ ਲਿਖ ਲੈਂਦਾ ਕਿ ਆਬਜੈਕਟ ਕਿੱਥੇ ਰੱਖਿਆ ਜਾਏਗਾ। ਉਹਨੂੰ ਅਸੀਂ ਆਬਜੈਕਟ ਮੰਨਾਂਗੇ। ਆਬਜੈਕਟ ਮਤਲਬ ਜਿਸ ਨੂੰ ਲੈਂਸ ਦੇ ਅੱਗੇ ਰੱਖਿਆ ਜਾਣਾ ਵਾ। ਅਤੇ 2 ਨੰਬਰ 'ਤੇ ਲਿਖ ਲੈਂਦੇ ਹਾਂ ਕਿ ਇਮੇਜ ਕਿੱਥੇ ਬਣੇਗਾ, ਅਤੇ ਇੱਧਰ ਮੈਂ ਸਾਰੀਆਂ ਗੱਲਾਂ ਇੱਕੋ ਟੇਬਲ 'ਤੇ ਹੀ ਲਿਖ ਦਿੰਦਾ ਕਿ ਉਹਦੀ ਨੇਚਰ ਕੀ ਹੋਏਗੀ, ਉਹ ਵੱਡਾ ਬਣੇਗਾ, ਛੋਟਾ ਬਣੇਗਾ, ਰੀਅਲ ਬਣੇਗਾ ਜਾਂ ਵਰਚੁਅਲ ਬਣੇਗਾ। ਸੋ ਗੱਲ ਸ਼ੁਰੂ ਕਰਦੇ ਹਾਂ ਕਨਵੈਕਸ ਲੈਂਸ ਤੋਂ। ਕਨਵੈਕਸ ਲੈਂਸ ਮਤਲਬ ਉੱਤਲ ਲੈਂਸ। ਜੇਕਰ ਸਾਨੂੰ ਇਮੇਜ ਫਾਰਮੇਸ਼ਨ ਸਮਝ ਲੱਗ ਜਾਂਦੀ ਹੈ ਤਾਂ ਸਾਡੇ ਵਾਸਤੇ ਇਹਦੀਆਂ ਪ੍ਰੋਬਲਮਸ ਨੂੰ ਸਮਝਣਾ ਬਹੁਤ ਹੀ ਆਸਾਨ ਹੋ ਜਾਂਦਾ ਹੈ। ਅਸੀਂ ਲੈਂਸ ਦੀ ਇਮੇਜ ਫਾਰਮੇਸ਼ਨ ਵਾਲੀ ਨੌਲੇਜ ਤੋਂ ਹੀ ਦੱਸ ਸਕਦੇ ਹਾਂ ਕਿ ਸਾਡਾ ਉਹ ਨਿਊਮੈਰੀਕਲ, ਸਾਡੀ ਉਹ ਉਦਾਹਰਨ ਸਹੀ ਆ ਜਾਂ ਗਲਤ ਆ। ਹੁਣ ਅਸੀਂ ਪਹਿਲੇ ਨੰਬਰ 'ਤੇ ਕੇਸ ਕਰਦੇ ਹਾਂ ਕਿ ਮੰਨ ਲਓ ਇੱਕ ਕਨਵੈਕਸ ਲੈਂਸ ਆ ਅਤੇ ਇੱਕ ਉਹਦਾ ਮੁੱਖ ਧੁਰਾ ਹੈ, ਮਤਲਬ ਪ੍ਰਿੰਸੀਪਲ ਐਕਸਿਸ ਹੈ। ਹੁਣ ਇਸ ਕੇਸ ਦੇ ਵਿੱਚ ਜਿਵੇਂ ਕਿ ਅਸੀਂ ਡਿਸਕਸ ਕੀਤਾ ਕਿ ਇਹਦੇ ਦੋਨੋਂ ਸਾਈਡ 'ਤੇ ਹੀ ਫੋਕਸ ਆ, ਇੱਧਰ ਵੀ ਫੋਕਸ ਹੋਏਗਾ ਅਤੇ ਦੂਸਰੀ ਸਾਈਡ 'ਤੇ ਵੀ ਫੋਕਸ ਹੋਏਗਾ। ਇੱਕ ਫੋਕਸ ਹੋਏਗਾ, ਫੋਕਸ ਦੀ ਦੂਰੀ ਜਿਹੜੀ ਆ ਆਪਟੀਕਲ ਸੈਂਟਰ ਤੋਂ, ਮਤਲਬ ਪ੍ਰਕਾਸ਼ ਕੇਂਦਰ ਤੋਂ ਜਿਹੜੀ ਫੋਕਸ ਦੀ ਦੂਰੀ ਆ, ਇਹਨੂੰ ਅਸੀਂ ਕੀ ਬੋਲਦੇ ਹਾਂ, ਫੋਕਲ ਲੈਂਥ ਬੋਲਦੇ ਹਾਂ, ਅਤੇ ਛੋਟੀ ਐਫ ਦੇ ਨਾਲ ਲਿਖਦੇ ਹਾਂ। ਹੁਣ ਜਿੰਨੀ ਦੂਰੀ ਇਹ ਆ ਉਨੀ ਹੀ ਦੂਰੀ ਅੱਗੇ ਅਸੀਂ ਇੱਥੇ ਇੱਕ ਆਪਣੇ ਕੋਲੋਂ ਪੈਰਾਮੀਟਰ ਬਣਾ ਲਵਾਂਗੇ 2f, ਮਤਲਬ ਇੱਥੋਂ ਤੱਕ f ਦੂਰੀ ਹੋਏਗੀ ਅਤੇ ਇੱਥੋਂ ਤੱਕ 2f ਹੋਏਗੀ, ਅਤੇ ਇੱਧਰ ਵੀ ਅਸੀਂ ਕੀ ਕਰਦੇ ਹਾਂ, ਇੱਕ 2f ਬਣਾ ਲੈਂਦੇ ਹਾਂ। 2f ਬਣਾਉਣ ਲੱਗਿਆ ਇਹ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਕਿ ਜਿੰਨੀ ਦੂਰੀ ਇਹ ਵਾ, ਇਹ ਦੂਰੀ ਕੀ ਹੋਏਗੀ, ਡਬਲ। ਇਸ ਤਰ੍ਹਾਂ ਨਹੀਂ ਬਣਾ ਦੇਣਾ ਕਿ 2f ਇੱਥੇ ਲਾ ਦਿਓ, ਕਿਉਂਕਿ ਦੇਖਣ ਵਾਲੇ ਨੂੰ ਇਹ ਅੰਦਾਜ਼ਾ ਲੱਗੇ ਕਿ ਇਹਨੂੰ f ਅਤੇ 2f ਦੀ ਦੂਰੀਆਂ ਦੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਆ। ਸੋ ਮਿਰਰ ਦੇ ਕੇਸ ਵਿੱਚ ਅਸੀਂ ਕੀ ਕੀਤਾ ਸੀ, ਜਿਵੇਂ ਅਸੀਂ ਮਿਰਰ ਦੇ ਵਿੱਚ ਸਿੱਖਿਆ ਸੀ ਕਿ ਮੰਨ ਲਓ ਇਹ ਮਿਰਰ ਆ ਅਤੇ ਅਸੀਂ ਇੱਥੇ ਇੱਕ f ਬਣਾਇਆ ਸੀ ਅਤੇ ਇੱਥੇ ਇੱਕ c ਬਣਾਇਆ ਸੀ। ਅਸੀਂ ਕਿਹਾ ਸੀ ਕਿ ਇਹ ਕੀ ਆ, ਫੋਕਲ ਲੈਂਥ ਆ, ਅਤੇ ਇਹ ਕੀ ਆ, ਰੇਡੀਅਸ ਆਫ ਕਰਵੇਚਰ ਆ। ਸੈਂਟਰ ਤੋਂ ਦੂਰੀ ਜਿਹੜੀ ਆ ਰੇਡੀਅਸ ਆਫ ਕਰਵੇਚਰ ਆ। ਹੁਣ ਇੱਥੇ ਇੱਕ ਨਿਯਮ ਬਣਦਾ ਸੀ ਕਿ
R इज इक्वल टू 2F। तो इत्थे की निज़म बनेगा कि यह फोकल लेंथ है तो यह की होएगी 2F होएगी। हुण असी मिरर के केस जिमें C लिखते सी, हुण असी C नहीं लिखांगे, हुण असी लिखांगे 2F। बाकी असी साडा जिहड़ा कन्वैक्स लेंस का केस आ वो बिल्कुल कनकेव मिरर दे नाल रलदा मिलदा ही आ। हुण पहला असी दूर शुरू करते हैं कि जदों ऑब्जैक्ट इनफिनिटी ते पिया, मतलब कि इस लेंस के सामने जिहड़ी चीज़ पई आ, जिहड़ी वस्तु पई आ, वो कित्थे पई होई आ, बहुत ही दूर पई आ, अनंत दूरी ते पई आ। तो असी मानते हाँ कि मिरर के केस में भी मन्निया सी कि जिहड़ी भी वस्तु, जिहड़ा भी ऑब्जैक्ट जिहड़ा वा वो इनफिनिटी ते पिया होएगा, बहुत दूर पिया होएगा, ਉਹਦੇ ਤੋਂ ਆਉਣ ਵਾਲੀਆਂ ਰੇਜ਼ ਜਿਹੜੀਆਂ ਵਾ ਉਹ ਕੀ ਹੋਣਗੀਆਂ, ਪ੍ਰਿੰਸੀਪਲ ਐਕਸਿਸ ਦੇ ਪੈਰਲਲ ਹੋਣਗੀਆਂ। ਮੇਰੇ ਕਹਿਣ ਦਾ ਮਤਲਬ ਕਿ ਜਿਹੜੀ ਵੀ ਵਸਤੂ ਅਨੰਤ ਦੂਰੀ ਤੇ ਪਈ ਆ, ਬਹੁਤ ਹੀ ਜ਼ਿਆਦਾ ਦੂਰੀ ਤੇ ਪਈ ਆ, ਉਹਦੇ ਤੋਂ ਆਉਣ ਵਾਲੀਆਂ ਜਿਹੜੀਆਂ ਪ੍ਰਕਾਸ਼ ਦੀਆਂ ਕਿਰਨਾਂ ਵਾ ਉਹ ਕੀ ਹੋਣਗੀਆਂ, ਇਸ ਮੁੱਖ ਧੁਰੇ ਦੇ ਸਮਾਂਤਰ ਹੋਣਗੀਆਂ। ਸਮਾਂਤਰ ਮਤਲਬ ਕੀ ਹੋਇਆ, ਪੈਰਲਲ ਹੋਣਗੀਆਂ। ਤੇ ਅਸੀਂ ਮੰਨਿਆ ਕਿ ਇੱਕ ਆਬਜੈਕਟ ਜਿਹੜਾ ਹੈ ਉਹ ਬਹੁਤ ਦੂਰ ਪਿਆ ਆ ਤੇ ਉੱਥੋਂ ਇਹ ਇਨਸੀਡੈਂਟ ਰੇਜ਼ ਆ ਰਹੀਆਂ ਨੇ, बेशक तुसी एक बना लो चाहे दो बना लो, ए इंसीडेंट रेज आ रही ने। हुण इस जगह के उपर की होया, रिफ्रैक्शन हुई। तो असी लास्ट क्लास दे विच ये चीज़ पढ़ी हुई आ कि जिहड़ियां रेज प्रिंसीपल एक्सिस दे पैरलल आउणगियां ते वो फोकस दे विचों हो के जाणगियां, रिफ्रैक्ट हो के फोकस दे विचों हो के जाणगियां, इस तरीके नाल फोकस दे विचों हो के जाणगियां। तो मिरर के केस में असी की करते सी, असी जदों असी ऑब्जैक्ट रखते सी तो ऑब्जैक्ट तो दो इंसीडेंट रे लैंदे सी। असी आम तौर पर मिरर के केस दे विच जदों ऑब्जैक्ट लैंदे सी तां ऑब्जैक्ट दे टॉप तो, जिवें कि मान लो ऑब्जैक्ट इत्थे पिया वा ते असी की करते सी, ऑब्जैक्ट दे टॉप तो दो रेज लैंदे सी इस तरीके नाल। हुण भी असी की करांगे, घट तो घट दो ही इंसीडेंट रेज लवांगे किसी भी ऑब्जैक्ट के इमेज नूं लोकेट करने वास्ते। इधरों कोई इनफिनिटी ते, इधर कोई इनफिनिटी ते ऑब्जैक्ट पिया होया है तो उत्थों पैरलल रेज आईयां ते रिफ्रैक्ट हो के फोकस ते मिल गईयां। जदों भी किते दो रेज आपस दे विच इंटरसैक्ट करनगियां तो असी मन्नांगे कि इमेज कित्थे बनेगा, उत्थे ही बनेगा। इस केस दे विच असी कहांगे कि जदों ऑब्जैक्ट इनफिनिटी ते आ तो इमेज कित्थे बनेगा, फोकस ते बनेगा। असी मिरर के केस में भी इदां ही कीता सी, पर मिरर उदों मिरर किहड़ा सी, उदों मिरर सी कनकेव ते हुण लेंस किहड़ा है, कन्वैक्स लेंस है। सो जदों ऑब्जैक्ट इनफिनिटी ते पिया होया है तो इमेज कित्थे बनिया है, फोकस ते बनिया। हुण की ये वास्तविक बनेगा, वास्तविक मतलब रियल बनेगा, सीधा बनेगा, इरैक्ट बनेगा, इनवर्टेड बनेगा जां उल्टा बनेगा। हुण असी पढ़िया कि जदों जिहड़ियां रिफ्रैक्टेड रेज सचमुच मिलदियां वा, इस केस दे विच असी की पढ़िया सी कि जदों वापस आउण वालियां रिफ्लैक्टेड किरणां जिहड़ियां वा वो सचमुच ही आपस दे विच मिलदियां वा ते उदों बनन वाला जिहड़ा इमेज की हुंदा वा, रियल हुंदा वा। इत्थे असी कहने आ कि रिफ्लैक्ट हो के मिलदियां वा, ते इत्थे असी कहांगे रिफ्रैक्ट हो के मिलदियां, रिफ्रैक्ट। ते असी इहदी नेचर की कहांगे, ये फोकस ते बनेगा, ये बहुत ही स्मॉल साइज बनेगा, स्मॉल साइज। तो हुण रेज सचमुच मिलियां वा तो असी की कहांगे, रियल बनिया है। तो वैसे ये बहुत ही स्मॉल साइज होएगा, एक डॉट साइज होएगा। तो जेकर असी डॉट साइज की गल करिए तो डॉट साइज नूं असी इरैक्ट कहिए जां इनवर्टेड कहिए, उहदा तां कोई लॉजिक ही नहीं बनता। क्योंकि जदों तुसीं एक छोटे जे बिंदु नूं देखदे जो तो वो छोटा जिहा बिंदु तुसीं उहनूं किद्दां दस सकदे जो कि वो सीधा वा जां पुट्ठा वा। पर इत्थों के लॉजिक दे इमेज फॉर्मेशन के हिसाब नाल ये जिहड़ा इमेज आ वो की बनेगा, इनवर्टेड बनेगा। मेरे कहने का मतलब आ कि भावें वो बहुत छोटा है तो उहदी इन्ने छोटे साइज़ की कोई सीधापन जां पुट्ठापन कोई मायने नहीं रखता। पर असी दूसरा केस देखते हैं, दूसरे केस दे विच असी ऑब्जैक्ट नूं कित्थे रखांगे, 2F तो बाहर रखांगे। मिरर के केस विच असी की कीता सी, दूसरे केस दे विच ऑब्जैक्ट नूं C तो थोड़ा जिहा बाहर रखिया सी। उस तरीके नाल मान लो कि इत्थे एक ऑब्जैक्ट है A ते B, असी इसनूं प्रिंसीपल एक्सिस ते रखिया होया है तो A तो एक इंसीडेंट रे पावांगे जिहड़ी कि इस लेंस दे विचों रिफ्रैक्ट हो के कित्थों दी जाएगी, फोकस दे विचों दी जाएगी। तुसीं बिल्कुल स्केल दे नाल लाइन बनाओ तो असी एक इंसीडेंट रे होर बनावांगे। वो इंसीडेंट रे असी कित्थों लै लैंदे आ, सीधा ही ऑप्टिकल सेंटर तो लै लैंदे आ कि ये ऑप्टिकल सेंटर दे विच गई
ਤੇ ਸਾਨੂੰ ਪਤਾ ਕਿ ਜਿਹੜੀ ਆਪਟੀਕਲ ਸੈਂਟਰ ਦੇ ਵਿੱਚੋਂ ਦੀ ਹੋ ਕੇ ਜਾਏਗੀ ਉਹ ਸਿੱਧੀ ਹੀ ਚਲੇ ਜਾਏਗੀ, ਮਤਲਬ ਕਿ ਇੱਕ ਹਿਸਾਬ ਦਾ ਉਹਦੇ ਤੇ ਰਿਫਰੈਕਸ਼ਨ ਦਾ ਕੋਈ ਅਸਰ ਹੀ ਨਹੀਂ ਹੋਇਆ, ਉਹ ਸਿੱਧੀ ਦੀ ਸਿੱਧੀ ਚਲੇਗੀ। ਹੁਣ ਇਹ ਵਾਲੀ ਜਿਹੜੀ ਆ ਇਹਨੂੰ ਤੁਸੀਂ ਬਣਾਓਗੇ ਬਿਲਕੁਲ ਸਕੇਲ ਦੇ ਨਾਲ ਤਾਂ ਤੁਸੀਂ ਦੇਖੋਗੇ ਕਿ ਇਹ ਦੋਨੋਂ ਰੇਜ਼ ਜਿਹੜੀਆਂ ਇਹ ਦੋਨੋਂ ਇਨਸੀਡੈਂਟ ਰੇਜ਼ ਸੀ ਤੇ ਇਹ ਲੈਂਸ ਦੇ ਵਿੱਚੋਂ ਲੰਘ ਕੇ ਕਿੱਥੇ ਮਿਲਦੀਆਂ ਪਈਆਂ ਵਾ, F ਤੇ 2F ਦੇ ਅੰਦਰ ਮਿਲਦੀਆਂ ਪਈਆਂ ਵਾ। ਤੇ ਜਿੱਥੇ ਇਹ ਦੋਨੋਂ ਇੱਕ ਦੂਜੇ ਨੂੰ ਕੱਟਣਗੀਆਂ ਉਹ ਕੀ ਹੋਏਗਾ, A ਦਾ ਇਮੇਜ ਹੋਏਗਾ A ਡੈਸ਼। ਤੇ ਉੱਥੋਂ ਜੇਕਰ ਤੁਸੀਂ ਸਿੱਧੀ ਲਾਈਨ ਪ੍ਰਿੰਸੀਪਲ ਐਕਸਿਸ ਤੇ ਬਣਾ ਦੋਗੇ ਤੇ ਉਹ ਕੀ ਬਣੇਗੀ, ਪੂਰਾ ਆਬਜੈਕਟ ਦਾ ਇਮੇਜ ਬਣੇਗਾ A ਡੈਸ਼ B ਡੈਸ਼। ਹੁਣ ਅਸੀਂ ਇਸ ਕੇਸ ਦੇ ਵਿੱਚ ਦੇਖਿਆ ਕਿ ਜਦੋਂ ਆਬਜੈਕਟ ਕਿੱਥੇ ਪਿਆ ਹੁੰਦਾ ਏ, 2F ਤੋਂ ਬਾਹਰ, ਮੈਂ ਪੰਜਾਬੀ ਵਿੱਚ ਹੀ ਲਿਖ ਦਿੰਦਾ 2F ਤੋਂ ਬਾਹਰ। ਜਦੋਂ ਆਬਜੈਕਟ ਨੂੰ 2F ਤੋਂ ਬਾਹਰ ਰੱਖੋਗੇ, 2F ਤੋਂ ਬਾਹਰ ਮਤਲਬ ਭਾਵੇਂ ਤੁਸੀਂ 1 ਸੈਂਟੀਮੀਟਰ ਰੱਖੋ, 5 ਸੈਂਟੀਮੀਟਰ ਰੱਖੋ, 10 ਸੈਂਟੀਮੀਟਰ ਰੱਖੋ, 15 ਸੈਂਟੀਮੀਟਰ ਰੱਖੋ, ਕੋਈ ਮਤਲਬ ਇੰਨਾ ਮਾਇਨੇ ਨਹੀਂ ਰੱਖਦਾ। ਤੇ ਇਮੇਜ ਕਿੱਥੇ ਬਣਦਾ ਪਿਆ ਵਾ, ਇਮੇਜ ਬਣਦਾ ਪਿਆ F ਤੇ 2F ਦੇ ਅੰਦਰ। ਮੈਂ ਇਹ ਕਹਿ ਰਿਹਾ ਵਾਂ ਕਿ F ਤੇ 2F ਦੇ ਅੰਦਰ ਬਣ ਰਿਹਾ ਹੈ, ਮੈਂ ਇਹ ਨਹੀਂ ਕਹਿ ਰਿਹਾ ਕਿ F ਤੇ 2F ਦੇ ਬਿਲਕੁਲ ਵਿਚਕਾਰ ਬਣੇਗਾ। F ਤੇ 2F ਦੇ ਵਿਚਕਾਰ ਵੀ ਬਣ ਸਕਦਾ ਵਾ, ਉਹ ਡਿਪੈਂਡ ਕਰੇਗਾ ਕਿ ਇਹ 2F ਤੋਂ ਕਿੰਨਾ ਪਿੱਛੇ ਜਾਂ ਕਿੰਨਾ ਲਾਗੇ ਆ। ਹੁਣ 2F ਤੋਂ ਬਾਹਰ ਇਮੇਜ ਕਿੱਥੇ ਬਣਿਆ, F ਤੇ 2F ਦੇ ਅੰਦਰ ਕਿਤੇ। ਤੇ ਇਹਦੀ ਨੇਚਰ ਕੀ ਹੋਏਗੀ, ਸਾਈਜ਼ ਦਾ ਸਮੌਲ ਹੋਏਗਾ। ਅਸੀਂ ਦੇਖਿਆ ਕਿ ਇਹਦਾ ਜਿਹੜਾ ਆਬਜੈਕਟ ਦਾ ਸਾਈਜ਼ ਆ ਤੇ ਇਹਦੇ ਇਮੇਜ ਦਾ ਸਾਈਜ਼ ਕੀ ਆ, ਸਮੌਲ ਆ। ਤੇ ਨੇਚਰ ਕੀ ਹੋਏਗੀ, ਰੀਅਲ ਹੋਏਗੀ, ਕਿਉਂਕਿ ਰਿਫਰੈਕਟਡ ਰੇਜ਼ ਦੋਨੋਂ ਹੀ ਬਾਅਦ ਵਿੱਚ ਰਿਫਰੈਕਟ ਹੋ ਕੇ ਮਿਲੀਆਂ ਵਾ, ਰੀਅਲ ਹੋਏਗੀ। ਤੇ ਕੀ ਬਣਿਆ ਏ, ਉਲਟਾ ਬਣਿਆ ਏ, ਇਨਵਰਟਡ। ਹੁਣ ਅਸੀਂ ਇਸ ਲੈਂਸ ਦਾ ਤੀਸਰਾ ਕੇਸ ਦੇਖਦੇ ਹਾਂ। ਇੱਕ ਕਨਵੈਕਸ ਲੈਂਸ, ਇੱਕ ਉਹਦੀ ਪ੍ਰਿੰਸੀਪਲ ਐਕਸਿਸ ਮਤਲਬ ਮੁੱਖ ਧੁਰਾ, ਦੋਨੋਂ ਸਾਈਡ ਤੇ ਹੀ ਫੋਕਸ ਬਣਾਵਾਂਗੇ ਤੇ ਦੋਨੋਂ ਸਾਈਡ ਤੇ ਹੀ F ਤੇ 2F ਮਾਰਕ ਕਰਾਂਗੇ। ਆਬਜੈਕਟ ਕਿੱਥੇ ਪਿਆ ਹੋਇਆ ਹੈ, ਆਬਜੈਕਟ ਪਿਆ ਹੋਇਆ ਹੈ 2F ਦੇ ਉੱਪਰ। ਮੰਨ ਲਓ A ਤੇ B, ਇਹ ਕੋਈ ਆਬਜੈਕਟ ਹੈ। ਹੁਣ ਇਸ ਆਬਜੈਕਟ ਤੋਂ ਦੋ ਇਨਸੀਡੈਂਟ ਰੇਜ਼ ਲਵਾਂਗੇ ਇਮੇਜ ਨੂੰ ਲੋਕੇਟ ਕਰਨ ਵਾਸਤੇ, ਇਮੇਜ ਨੂੰ ਲੱਭਣ ਵਾਸਤੇ। ਪਹਿਲੀ ਅਸੀਂ ਲੈ ਲੈਂਦੇ ਹਾਂ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਤੇ ਦੂਸਰੀ ਅਸੀਂ ਲੈ ਲੈਂਦੇ ਹਾਂ ਬਿਲਕੁਲ ਆਪਟੀਕਲ ਸੈਂਟਰ ਦੇ ਵਿੱਚੋਂ ਦੀ। ਇਹਨਾਂ ਐਰੋਜ਼ ਨੂੰ ਜ਼ਰੂਰ ਪਾਇਆ ਜਾਵੇ। ਇਹ ਐਰੋ ਜਿਹੜੇ ਆ ਪ੍ਰਕਾਸ਼ ਦੀ ਡਾਇਰੈਕਸ਼ਨ ਨੂੰ ਦੱਸਦੇ ਆ। ਹੁਣ ਇਹ ਦੋਨੋਂ ਰਿਫਰੈਕਟ ਹੋਣਗੀਆਂ। ਹੁਣ ਸਾਨੂੰ ਪਤਾ ਹੈ ਕਿ ਇਹ ਰਿਫਰੈਕਟ ਹੋ ਕੇ ਕਿੱਥੋਂ ਦੀ ਜਾਏਗੀ, ਫੋਕਸ ਦੇ ਵਿੱਚੋਂ ਦੀ ਜਾਏਗੀ। ਤੇ ਦੂਸਰੀ ਜਿਹੜੀ ਆ ਆਪਟੀਕਲ ਸੈਂਟਰ ਦੇ ਵਿੱਚੋਂ ਆ ਰਹੀ ਆ, ਇਹ ਕਿੱਦਾਂ ਜਾਏਗੀ, ਇਸ ਤਰੀਕੇ ਨਾਲ ਜਾਏਗੀ। ਜੇਕਰ ਤੁਸੀਂ ਬਿਲਕੁਲ ਸਕੇਲ ਨਾ ਬਣਾਓਗੇ ਤਾਂ ਤੁਸੀਂ ਦੇਖੋਗੇ ਕਿ ਇਹ ਕਿੱਥੇ ਕੱਟਦੀਆਂ ਨੇ, ਬਿਲਕੁਲ 2F ਦੇ ਨੀਚੇ ਕੱਟਦੀਆਂ ਨੇ। ਹੁਣ A ਦਾ ਇਮੇਜ ਕਿੱਥੇ ਬਣੇਗਾ, A ਡੈਸ਼ ਇੱਥੇ ਬਣੇਗਾ। B ਦਾ ਇਮੇਜ ਕਿੱਥੇ ਬਣੇਗਾ, ਇੱਥੇ ਬਣੇਗਾ B ਡੈਸ਼। ਮੇਰੇ ਕਹਿਣ ਦਾ ਮਤਲਬ ਆ ਕਿ ਜਿਵੇਂ ਅਸੀਂ ਮਿਰਰ ਦੇ ਕੇਸ ਵਿੱਚ ਕੀ ਕੀਤਾ ਸੀ, ਆਬਜੈਕਟ ਨੂੰ ਕਿੱਥੇ ਰੱਖਿਆ ਸੀ, C ਤੇ ਰੱਖਿਆ ਸੀ। ਤੇ ਜਦੋਂ ਆਬਜੈਕਟ C ਤੇ ਰੱਖਿਆ ਜਾਂਦਾ ਤੇ ਇਮੇਜ ਕਿੱਥੇ ਬਣਦਾ ਸੀ, C ਤੇ ਹੀ ਬਣਦਾ ਸੀ। ਤੇ ਇਸ ਕਨਵੈਕਸ ਲੈਂਸ ਦੇ ਕੇਸ ਵਿੱਚ ਆਪਾਂ C ਨੂੰ ਕਿਹਦੇ ਨਾਲ ਰਿਪਲੇਸ ਕਰ ਲਿਆ, 2F ਦੇ ਨਾਲ। ਤੇ ਜਦੋਂ ਆਬਜੈਕਟ ਨੂੰ 2F ਤੇ ਰੱਖਿਆ ਤਾਂ ਇਮੇਜ ਕਿੱਥੇ ਬਣਦਾ ਵਾ, ਬਿਲਕੁਲ 2F ਦੇ ਨੀਚੇ ਹੀ ਬਣਦਾ ਵਾ। ਤੇ ਕਿੱਦਾਂ ਬਣਦਾ ਹੈ, ਸੇਮ ਸਾਈਜ਼ ਦਾ ਬਣਦਾ ਹੈ। ਜਿੰਨਾ ਇੱਧਰ ਆਬਜੈਕਟ ਦਾ ਸਾਈਜ਼ ਹੈ ਉਨਾ ਹੀ ਇਮੇਜ ਦਾ ਸਾਈਜ਼ ਬਣਦਾ ਹੈ। ਸੋ ਅਸੀਂ ਇੱਥੇ ਲਿਖਾਂਗੇ ਕਿ ਜਦੋਂ ਆਬਜੈਕਟ 2F ਦੇ ਉੱਪਰ ਆ ਤੇ ਇਮੇਜ ਕਿੱਥੇ ਆ, ਇਮੇਜ ਵੀ 2F ਦੇ ਉੱਪਰ ਹੀ ਬਣਦਾ। ਤੁਸੀਂ ਬਿਲਕੁਲ ਸਕੇਲ ਨਾਲ ਲਾਈਨ ਬਣਾਓ ਤੇ ਪ੍ਰੈਕਟਿਸ ਕਰੋ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਕਿ 2F ਦੇ ਬਿਲਕੁਲ ਨੀਚੇ ਹੀ ਬਣੇਗਾ। ਹੁਣ ਇਸ ਕੇਸ ਦੇ ਵਿੱਚ ਇਹ ਦੋਨੋਂ ਹੀ ਰਿਫਰੈਕਟਡ ਰੇਜ਼ ਜਿਹੜੀਆਂ ਵਾ ਉਹ ਸੱਚਮੁੱਚ ਹੀ ਮਿਲੀਆਂ ਵਾ। ਤੇ ਜੇ ਸੱਚਮੁੱਚ ਮਿਲੀਆਂ ਵਾ ਤੇ ਅਸੀਂ ਕੀ ਕਵਾਂਗੇ, ਰੀਅਲ ਬਣਦਾ। ਪਰ ਇੱਥੇ ਪਹਿਲਾਂ ਅਸੀਂ ਕਵਾਂਗੇ ਕਿ ਇਹ ਸੇਮ ਸਾਈਜ਼ ਦਾ ਬਣਦਾ, ਸੇਮ ਸਾਈਜ਼। ਮਿਰਰ ਦੇ ਕੇਸ ਵਿੱਚ, ਕਨਕੇਵ ਮਿਰਰ ਦੇ ਕੇਸ ਵਿੱਚ ਵੀ ਜਦੋਂ ਅਸੀਂ ਆਬਜੈਕਟ ਨੂੰ C ਤੇ ਰੱਖਦੇ ਸੀ ਤੇ ਇਮੇਜ ਸੇਮ ਸਾਈਜ਼ ਦਾ ਹੀ ਬਣਦਾ ਸੀ, ਸੇਮ ਸਾਈਜ਼। ਤੇ ਸੱਚਮੁੱਚ ਰਿਫਰੈਕਟਡ ਰੇਜ਼ ਕੱਟੀਆਂ ਨੇ, ਰੀਅਲ ਬਣਦਾ ਹੈ। ਤੇ ਉਲਟਾ ਬਣਦਾ ਹੈ, ਇਨਵਰਟਡ। ਇਨਵਰਟਡ ਦਾ ਮਤਲਬ ਹੈ ਉਲਟਾ, ਰੀਅਲ ਦਾ ਮਤਲਬ ਹੈ ਵਾਸਤਵਿਕ, ਕਿ ਵਾਸਤਵਿਕ ਬਣਦਾ ਹੈ। ਹੁਣ ਜੇਕਰ ਅਸੀਂ ਇਹ ਗੱਲ ਕਹੀਏ ਕਿ ਰੀਅਲ ਇਮੇਜ ਕਦੋਂ ਬਣਦਾ ਵਾ, ਜਦੋਂ ਰਿਫਰੈਕਟਡ ਕਿਰਨਾਂ ਜਿਹੜੀਆਂ ਵਾ ਕਿਤੇ ਨਾ ਕਿਤੇ ਆਪਸ ਦੇ ਵਿੱਚ ਮਿਲ ਜਾਣ, ਉਦੋਂ ਜਿਹੜਾ ਇਮੇਜ ਬਣੇਗਾ ਉਹ ਰੀਅਲ ਬਣੇਗਾ, ਮਤਲਬ ਵਾਸਤਵਿਕ ਬਣੇਗਾ।
ਹੁਣ ਜੇਕਰ ਅਸੀਂ ਤੀਸਰਾ ਕੇਸ ਕਰਦੇ ਹਾਂ, ਤੀਸਰੇ ਕੇਸ ਦੇ ਵਿੱਚ ਅਸੀਂ ਇਸ ਆਬਜੈਕਟ ਨੂੰ ਕੀ ਕਰਾਂਗੇ, ਐਫ ਤੇ 2F ਦੇ ਅੰਦਰ ਕਿਤੇ ਲੈ ਆਵਾਂਗੇ, ਕਿਤੇ ਵੀ ਅੰਦਰ ਲੈ ਆਵਾਂਗੇ। ਤੇ ਕਨਕੇਵ ਮਿਰਰ ਦੇ ਕੇਸ ਵਿੱਚ ਅਸੀਂ ਕੀ ਕੀਤਾ ਸੀ, ਆਬਜੈਕਟ ਨੂੰ C ਤੇ F ਦੇ ਅੰਦਰ ਲੈ ਕੇ ਆਏ ਸੀ। ਇੱਥੇ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣਾ, ਇੱਧਰ ਮੈਂ ਗੱਲ ਕਰ ਰਿਹਾ ਵਾਂ ਕਨਵੈਕਸ ਲੈਂਸ ਦੀ, ਤੇ ਮੈਂ ਸਿਮਿਲੈਰਿਟੀ ਕਿਹਦੇ ਨਾਲ ਸ਼ੋਅ ਕਰ ਰਿਹਾ ਮਿਰਰ ਦੇ ਕੇਸ ਦੇ ਵਿੱਚ, ਕਨਕੇਵ ਮਿਰਰ ਨਾਲ। ਉੱਥੇ ਸਾਡੇ ਕੋਲੋਂ ਇਦਾਂ ਦੇ ਕੇਸ ਜਿਹੜੇ ਬਣੇ ਸੀ ਉਹ ਕਨਕੇਵ ਮਿਰਰ ਦੇ ਬਣੇ ਸੀ, ਪਰ ਇੱਥੇ ਲੈਂਸ ਦੇ ਕੇਸ ਦੇ ਵਿੱਚ ਉਹ ਕੇਸ ਕਿਹਦੇ ਬਣਦੇ ਪਏ ਆ, ਕਨਵੈਕਸ ਲੈਂਸ ਦੇ ਬਣਦੇ ਪਏ ਆ। ਇਹ ਸਾਰੇ ਕੇਸ ਕਿਹਦੇ ਆ, ਕਨਵੈਕਸ ਲੈਂਸ ਦੇ ਆ, ਮਤਲਬ ਉੱਤਲ ਲੈਂਸ ਦੇ ਆ। ਹੁਣ ਅਸੀਂ ਤੀਸਰਾ ਕੇਸ ਦੇਖਦੇ ਹਾਂ। ਮੰਨ ਲਓ ਇੱਥੇ ਆਪਾਂ ਇੱਕ ਕਨਵੈਕਸ ਲੈਂਸ ਬਣਾਇਆ, F ਲਿਆ, ਦੋਨੋਂ ਸਾਈਡ ਤੇ ਹੀ ਸੇਮ ਦੂਰੀ ਤੇ ਲੈਣਾ ਆਪਟੀਕਲ ਸੈਂਟਰ ਤੋਂ, ਇੱਧਰ 2F ਲਿਆ, ਇੱਥੇ ਵੀ 2F ਲਿਆ, ਤੇ ਆਬਜੈਕਟ ਕਿੱਥੇ ਰੱਖਣਾ, ਹੁਣ F ਤੱਕ ਤੇ ਪਹਿਲਾਂ ਹੀ ਪਹੁੰਚ ਗਏ ਆ, ਹੁਣ ਆਬਜੈਕਟ ਰੱਖਣਾ ਹੈ ਆਪਾਂ F ਤੇ 2F ਦੇ ਅੰਦਰ ਕਿਤੇ ਵੀ। ਨਾਮ ਉਹੀ ਦੇ ਦਿੰਦੇ ਆ A ਤੇ B। ਇਸ ਗੱਲ ਦਾ ਖਿਆਲ ਰੱਖ, ਇੱਥੇ ਮੈਂ ਜਿਵੇਂ ਬਾਟਮ ਦੇ ਉੱਪਰ ਕੀ ਲਿਖ ਰਿਹਾ ਵਾਂ, ਪ੍ਰਿੰਸੀਪਲ ਐਕਸਿਸ ਦੇ ਉੱਪਰ ਕੀ ਲਿਖ ਰਿਹਾ ਵਾਂ, B ਲਿਖ ਰਿਹਾ ਵਾਂ, ਤੇ ਇੱਧਰ ਵੀ ਪ੍ਰਿੰਸੀਪਲ ਐਕਸਿਸ ਤੇ B' ਲਿਖਣਾ ਵਾ। ਮਤਲਬ ਕੀ ਹੋਇਆ, ਇਹ ਉਹਦਾ ਜਿਹੜਾ ਇੱਧਰ ਆਬਜੈਕਟ ਪਿਆ ਉਹਦਾ ਸਿਰਾ ਵਾ, ਤੇ ਉਹਦੇ ਬਾਟਮ ਕਿੱਥੇ ਆ, ਉਹਦੇ ਪੈਰ ਕਿੱਥੇ ਆ, ਪ੍ਰਿੰਸੀਪਲ ਐਕਸਿਸ ਦੇ ਉੱਪਰ ਆ। ਤੇ ਇੱਥੇ ਅਸੀਂ ਸਿਰਾ ਲੱਭ ਲਿਆ, ਤੇ ਜਦੋਂ ਸਿਰਾ ਲੱਭ ਲਿਆ ਤੇ ਅਸੀਂ ਸਿੱਧਾ ਹੀ ਲਾਈਨ ਬਣਾ ਕੇ ਦੱਸ ਦਿੰਦੇ ਆ ਕਿ ਉਹਦਾ ਜਿਹੜਾ ਬਾਟਮ ਆ ਉਹ ਕਿੱਥੇ ਬਣੇਗਾ। ਹੁਣ ਇੱਥੋਂ ਅਸੀਂ ਕੀ ਕਰਾਂਗੇ, ਦੋ ਇਨਸੀਡੈਂਟ ਰੇਜ਼ ਲਵਾਂਗੇ। ਅਸੀਂ ਪਹਿਲੇ ਦੀ ਤਰ੍ਹਾਂ ਹੀ ਲੈ ਲੈਂਦੇ ਆ ਕਿ ਇੱਕ ਇਨਸੀਡੈਂਟ ਰੇ ਇਹ ਲੈ ਲਈ ਤੇ ਦੂਸਰੀ ਇਨਸੀਡੈਂਟ ਰੇ ਬਿਲਕੁਲ ਆਪਟੀਕਲ ਸੈਂਟਰ ਦੇ ਵਿੱਚੋਂ ਦੀ ਲੈ ਲਾਂਗੇ। ਹੁਣ ਜਿਹੜੀ ਪਹਿਲੀ ਉੱਪਰ ਵਾਲੀ ਇਨਸੀਡੈਂਟ ਰੇ ਆ, ਇਹ ਰਿਫਰੈਕਟ ਹੋ ਕੇ ਸਾਡੇ ਕਲੋਨਿਜ਼ਮ ਕੀ ਕਹਿੰਦਾ ਹੈ ਕਿ ਇਹ ਫੋਕਸ ਦੇ ਵਿੱਚੋਂ ਦੀ ਹੋ ਕੇ ਜਾਣੀ ਆ, ਤੇ ਇਹ ਵਾਲੀ ਰਿਫਰੈਕਟ ਹੋ ਕੇ ਬਿਲਕੁਲ ਸਿੱਧੀ ਜਾਣੀ ਆ, ਇਸ ਤਰੀਕੇ ਨਾਲ ਸਿੱਧੀ ਜਾਏਗੀ। ਬਿਲਕੁਲ ਸਕੇਲ ਦੇ ਨਾਲ ਲਾਈਨ ਬਣਾਈ ਜਾਵੇ, ਤੁਸੀਂ ਦੇਖੋਗੇ ਕਿ ਇਹ ਜਿਹੜੀਆਂ ਦੋਨੋਂ ਹੀ ਰਿਫਰੈਕਟਡ ਕਿਰਨਾਂ ਵਾ, ਇਹ ਕਿੱਥੇ ਜਾ ਕੇ ਮਿਲਦੀਆਂ ਪਈਆਂ ਵਾ, ਇਹ 2F ਤੋਂ ਪਿੱਛੇ ਮਿਲਦੀਆਂ ਪਈਆਂ ਵਾ, ਤੇ ਇਹ ਕਿਹਦੀਆਂ ਇੱਥੇ ਦੋਨੋਂ ਮਿਲੀਆਂ ਵਾ, ਤੇ ਕਿੱਥੋਂ ਆਈਆਂ ਸੀ, A ਤੋਂ। ਇਹਦਾ ਮਤਲਬ A' ਤੇ ਪ੍ਰਿੰਸੀਪਲ ਐਕਸਿਸ ਦੇ ਉੱਪਰ B'। ਹੁਣ ਇਸ ਕੇਸ ਦੇ ਵਿੱਚ ਜੇਕਰ ਮੈਂ ਇਮੇਜ ਦੇ ਬਾਰੇ ਦੱਸਣਾ ਹੋਵੇ ਤਾਂ ਮੈਂ ਕੀ ਕਹਾਂਗਾ ਕਿ ਜਦੋਂ ਆਬਜੈਕਟ 2F ਤੇ F ਦੇ ਅੰਦਰ ਆ ਕਿਤੇ, ਅੰਦਰ ਬਿਲਕੁਲ ਸੈਂਟਰ 'ਚ ਵੀ ਹੋ ਸਕਦਾ, ਤੇ ਥੋੜਾ ਬਹੁਤ 2F ਦੇ ਵੱਲ ਵੀ ਹੋ ਸਕਦਾ ਜਾਂ F ਦੇ ਵੱਲ ਵੀ ਹੋ ਸਕਦਾ। ਇਮੇਜ ਕਿੱਥੇ ਬਣਦਾ ਹੈ, 2F ਤੋਂ ਬਾਹਰ ਬਣਦਾ ਹੈ, ਮਤਲਬ 2F ਤੋਂ ਬਾਹਰ। ਵੱਡਾ ਬਣਿਆ ਕਿ ਛੋਟਾ ਬਣਿਆ, ਸਾਨੂੰ ਲੱਗਦਾ ਹੀ ਪਿਆ ਹੈ ਕਿ ਇਹ ਵੱਡਾ ਹੈ, ਲਾਰਜ ਸਾਈਜ਼ ਹੈ, ਤੇ ਮੈਂ ਇੱਥੇ ਲਿਖ ਦਿੰਦਾ ਕਿ ਇਮੇਜ ਜਿਹੜਾ ਹੈ ਉਹਦਾ ਸਾਈਜ਼ ਕੀ ਆ, ਲਾਰਜ ਆ। ਤੇ ਇਮੇਜ ਦੀ ਨੇਚਰ ਕੀ ਬਣੇਗੀ, ਰਿਫਰੈਕਟਡ ਕਿਰਨਾਂ ਸੱਚਮੁੱਚ ਹੀ ਮਿਲਦੀਆਂ ਪਈਆਂ ਵਾ, ਤੇ ਨੇਚਰ ਕੀ ਬਣੇਗੀ, ਰੀਅਲ ਬਣੇਗੀ। ਤੇ ਇਹ ਵੀ ਉਲਟਾ ਬਣਦਾ ਪਿਆ ਵਾ, ਪ੍ਰਿੰਸੀਪਲ ਐਕਸਿਸ ਤੋਂ ਨੀਚੇ ਬਣਦਾ ਪਿਆ ਵਾ, ਮੁੱਖ ਧੁਰੇ ਤੋਂ ਨੀਚੇ ਬਣਦਾ ਪਿਆ ਵਾ। ਇਹਦਾ ਮਤਲਬ ਕੀ ਆ, ਇਹ ਉਲਟਾ ਬਣਦਾ ਪਿਆ ਵਾ, ਇਨਵਰਟਡ। ਸੋ ਇਹ ਸਾਡੇ ਅਜੇ ਤੱਕ 4 ਕੇਸ ਆ, ਲਗਭਗ ਪਹਿਲਾਂ ਦੀ ਤਰ੍ਹਾਂ ਹੀ ਸਾਡੇ ਕੇਸ ਆ ਰਹੇ ਆ। ਜਿਵੇਂ ਕਨਕੇਵ ਮਿਰਰ ਦੇ ਕੇਸ ਵਿੱਚ ਆਇਆ ਸੀ ਕਿ ਇਨਫਿਨਿਟੀ ਦੇ ਰੱਖਿਆ ਤੇ F ਤੇ ਆਇਆ। ਦੂਜੇ ਨੰਬਰ ਤੇ ਅਸੀਂ ਕੀ ਕਿਹਾ ਸੀ ਕਿ C ਤੋਂ ਬਾਹਰ ਰੱਖਿਆ ਤੇ ਇਮੇਜ ਕਿੱਥੇ ਬਣਦਾ ਪਿਆ ਵਾ, C ਤੇ F ਦੇ ਵਿੱਚ ਬਣਦਾ ਪਿਆ ਵਾ। ਹੁਣ ਤੀਸਰੀ ਵਾਰੀ ਅਸੀਂ ਕੀ ਕਿਹਾ ਸੀ, C ਤੇ ਰੱਖਿਆ ਤੇ ਇਮੇਜ ਕਿੱਥੇ ਬਣਦਾ ਸੀ, ਉਸ ਕੇਸ ਦੇ ਵਿੱਚ C ਤੇ ਹੀ ਬਣਦਾ ਸੀ। ਸੇਮ ਸਾਈਜ਼, ਰੀਅਲ, ਇਨਵਰਟਡ, ਇਹ ਉੱਦਾਂ ਹੀ ਚੱਲਦੇ ਪਏ ਆ, ਮਤਲਬ ਜਿਵੇਂ ਕਿ ਮਿਰਰ ਦੇ ਕੇਸ ਵਿੱਚ ਚੱਲਦੇ ਪਏ ਸੀ। ਚੌਥੇ ਕੇਸ 'ਚ ਉੱਥੇ ਆਪਾਂ ਕੀ ਕਿਹਾ ਸੀ, ਆਬਜੈਕਟ ਕਿੱਥੇ ਰੱਖਿਆ ਵਾ, C ਤੇ F ਦੇ ਅੰਦਰ ਰੱਖਿਆ ਵਾ, ਤੇ ਇਮੇਜ ਕਿੱਥੇ ਬਣਦਾ ਸੀ, C ਤੋਂ ਬਾਹਰ ਬਣਦਾ ਸੀ। ਮਤਲਬ ਕਿ ਮੈਂ ਇੱਥੇ 2F ਦੀ ਜਗ੍ਹਾ ਤੇ ਜੇਕਰ C ਲਗਾ ਦਾਂ ਨਾ, ਤੇ ਮੇਰੇ ਕੋਲੋਂ ਅਜੇ ਤੱਕ ਸਾਰੇ ਇਹ ਕੇਸ ਜਿਹੜੇ ਆ ਕਨਕੇਵ ਮਿਰਰ ਵਾਲੇ ਹੀ ਆ ਰਹੇ ਆ। ਪਰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਮੈਂ ਗੱਲ ਇੱਥੇ ਕਨਵੈਕਸ ਲੈਂਸ ਦੀ ਕਰ ਰਿਹਾ ਵਾਂ, ਤੇ ਮੈਂ ਤੁਲਨਾ ਕਿਹਦੇ ਨਾਲ ਕਰ ਰਿਹਾ ਵਾਂ, ਕਨਕੇਵ ਮਿਰਰ ਦੇ ਨਾਲ, ਮਤਲਬ ਅਵਤਲ ਦਰਪਣ ਦੇ ਨਾਲ ਮੈਂ ਤੁਲਨਾ ਕਰ ਰਿਹਾ ਵਾਂ। ਇਹਦੀ ਉੱਤਲ ਲੈਂਸ ਦੀ ਤੁਲਨਾ ਮੈਂ ਅਵਤਲ ਦਰਪਣ ਦੇ ਨਾਲ ਮੈਂ ਕਰ ਰਿਹਾ ਵਾਂ। ਹੁਣ ਮੈਂ ਇਸ ਤੋਂ ਅਗਲਾ ਕੇਸ ਦੇਖਾਂਗਾ।
ਅਗਲੇ ਕੇਸ ਦੇ ਵਿੱਚ ਅਸੀਂ ਆਬਜੈਕਟ ਨੂੰ ਕਿੱਥੇ ਰੱਖਾਂਗੇ? ਹੁਣ ਕਿੱਥੇ ਵਾਰੀ ਆ ਆਬਜੈਕਟ ਦੇ ਰੱਖਣ ਦੀ? 2f ਤੇ f ਦੇ ਅੰਦਰ ਰੱਖ ਚੁੱਕੇ ਹਾਂ, ਹੁਣ ਅਸੀਂ ਰੱਖਾਂਗੇ f ਦੇ ਉੱਪਰ, f ਦੇ ਉੱਪਰ ਆਬਜੈਕਟ ਨੂੰ, a ਤੇ b। ਮਤਲਬ ਇਸ ਲੈਂਸ ਦੇ ਸਾਹਮਣੇ ਕਿੱਥੇ ਪਿਆ ਹੋਇਆ ਹੈ? ਬਿਲਕੁਲ ਉਹਦੀ ਫੋਕਲ ਲੈਂਥ ਦੇ ਉੱਪਰ ਪਿਆ ਹੋਇਆ ਹੈ, ਜਿੱਥੇ ਉਹਦੀ ਫੋਕਸ ਦੂਰੀ ਆ। ਤੇ ਉਸੇ ਤਰੀਕੇ ਨਾਲ ਆਪਾਂ ਕੀ ਕਰਦੇ ਹਾਂ, ਇੱਕ ਇੰਸੀਡੈਂਟ ਰੇ ਇੱਥੋਂ ਲੈਂਦੇ ਆ ਪ੍ਰਿੰਸੀਪਲ ਐਕਸਿਸ ਦੇ ਪੈਰਲਲ, ਤੇ ਦੂਜੀ ਕਿੱਥੋਂ ਲੈਂਦੇ ਆ? ਇਸ ਪ੍ਰਕਾਸ਼ ਕੇਂਦਰ ਤੋਂ ਲੈਂਦੇ ਆ, ਆਪਟੀਕਲ ਸੈਂਟਰ ਤੋਂ ਲੈਂਦੇ ਆ। ਹੁਣ ਸਾਨੂੰ ਪਤਾ ਕਿ ਇਹ ਰਿਫਰੈਕਟਡ ਰੇਜ਼ ਇਸ ਲੈਂਸ ਦੇ ਵਿੱਚੋਂ ਨਿਕਲ ਕੇ ਕਿਸ ਤਰ੍ਹਾਂ ਦਾ ਬਿਹੇਵ ਕਰਨਗੀਆਂ। ਜਿਵੇਂ ਕਿ ਅਸੀਂ ਸ਼ੁਰੂ ਤੋਂ ਸਾਰੇ ਕੇਸਿਸ ਦੇ ਵਿੱਚ ਇੱਕੋ ਹੀ ਗੱਲ ਕਰ ਰਹੇ ਹਾਂ ਕਿ ਇਹ ਵਾਲੀ ਜਿਹੜੀ ਰੇ ਆ ਰਿਫਰੈਕਟ ਹੋ ਕੇ ਫੋਕਸ ਦੇ ਵਿੱਚੋਂ ਨਿਕਲੇਗੀ, ਤੇ ਦੂਸਰੀ ਰੇ ਕੀ ਆ? ਸਿੱਧੀ ਜਾਏਗੀ। ਇਹ ਰੇ ਕੀ ਆ? ਸਿੱਧੀ ਜਾਏਗੀ, ਤੇ ਇਹ ਫੋਕਸ ਦੇ ਵਿੱਚੋਂ ਜਾਏਗੀ। ਹੁਣ ਇਸ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਆਬਜੈਕਟ ਫੋਕਸ ਤੇ ਪਿਆ ਵਾ ਨਾ, ਤੇ ਰਿਫਰੈਕਟਡ ਰੇਜ਼ ਜਿਹੜੀਆਂ ਵਾ ਉਹ ਪੈਰਲਲ ਹੋ ਕੇ ਬਾਹਰ ਨਿਕਲਦੀਆਂ ਵਾ। ਪੈਰਲਲ ਮਤਲਬ ਸਮਾਂਤਰ ਰੇਖਾਵਾਂ ਬਣਦੀਆਂ ਵਾ। ਇੱਥੇ ਦੋਨੋਂ ਇਹ ਪ੍ਰਕਾਸ਼ ਦੀਆਂ ਕਿਰਨਾਂ ਜਿਹੜੀਆਂ ਲੈਂਸ ਤੋਂ ਬਾਹਰ ਨਿਕਲੀਆਂ ਉਹ ਸਮਾਂਤਰ ਆ, ਪੈਰਲਲ ਆ। ਤੇ ਜੇਕਰ ਪੈਰਲਲ ਆ ਤੇ ਇਮੇਜ ਕਿਵੇਂ ਬਣੇਗਾ? ਸਾਨੂੰ ਪਤਾ ਵਾ ਕਿ ਇਮੇਜ ਬਣਨ ਵਾਸਤੇ ਇਹਨਾਂ ਦੋਨਾਂ ਹੀ ਰੇਜ਼ ਦਾ ਆਪਸ ਦੇ ਵਿੱਚ ਮਿਲਣਾ ਜ਼ਰੂਰੀ ਸੀ, ਪਰ ਇਮੇਜ ਬਣਿਆ ਹੀ ਨਹੀਂ। ਹੁਣ ਇਹ ਤੇ ਦੇਖੋ ਕਿੱਦਾਂ ਦੀ ਗੱਲ ਹੋ ਗਈ ਕਿ ਆਬਜੈਕਟ ਲੈਂਸ ਦੇ ਸਾਹਮਣੇ ਪਿਆ ਵਾ, ਤੇ ਜੇ ਲੈਂਸ ਦੇ ਬਿਲਕੁਲ ਸਾਹਮਣੇ ਪਿਆ ਵਾ ਤੇ ਆਬਜੈਕਟ ਨੂੰ ਲੈਂਸ ਦਿਖਾਉਂਦਾ ਹੀ ਨਹੀਂ ਪਿਆ, ਉਹਦਾ ਇਮੇਜ ਤਾਂ ਦਿਖਾਉਂਦਾ ਹੀ ਨਹੀਂ ਪਿਆ। ਤੇ ਇਹ ਇੱਕ ਬੜੀ ਅਲੱਗ ਜੀ ਸਿਚੁਏਸ਼ਨ ਹੋ ਗਈ ਕਿ ਆਬਜੈਕਟ ਜਿਹੜਾ ਵਾ ਲੈਂਸ ਦੇ ਅੱਗੇ ਪਿਆ ਤੇ ਇਮੇਜ ਉਹਦਾ ਬਣਦਾ ਹੀ ਨਹੀਂ ਪਿਆ, ਕਿਉਂਕਿ ਇੱਥੇ ਕੀ ਆ? ਪੈਰਲਲ ਰੇਜ਼ ਜਾ ਰਹੀਆਂ ਵਾ। ਇੱਥੇ ਅਸੀਂ ਇਹ ਗੱਲ ਕਹਿੰਦੇ ਆ ਕਿ ਇਹ ਜਿਹੜਾ ਇਮੇਜ ਆ ਨਾ, ਇਹ ਬਹੁਤ ਹੀ ਦੂਰ ਕਿਤੇ ਜਾ ਕੇ ਅਨੰਤ ਦੂਰੀ ਤੇ, ਮਤਲਬ ਇਨਫਾਈਨਾਈਟ ਡਿਸਟੈਂਸ ਤੇ, ਬੇਅੰਤ ਹੀ ਦੂਰੀ ਤੇ ਜਾ ਕੇ ਬਣਿਆ, ਮਤਲਬ ਕਿਤੇ ਬਹੁਤ ਹੀ ਦੂਰ ਜਾ ਕੇ ਬਣਿਆ। ਆਪਟਿਕਸ ਦੇ ਵਿੱਚ ਜਦੋਂ ਵੀ ਅਸੀਂ ਕਹਿੰਦੇ ਆ ਕਿ ਰਿਫਰੈਕਟਡ ਰੇਜ਼ ਪੈਰਲਲ ਆ, ਤਾਂ ਅਸੀਂ ਉੱਥੇ ਇਹ ਮੰਨਦੇ ਆ ਕਿ ਇਹ ਜਿਹੜੀਆਂ ਪੈਰਲਲ ਰੇਜ਼ ਆ ਸ਼ਾਇਦ ਬਹੁਤ ਹੀ ਕਿਤੇ ਦੂਰ ਜਾ ਕੇ ਮਿਲੀਆਂ ਹੋਣਗੀਆਂ ਤੇ ਉੱਥੇ ਜਾ ਕੇ ਇਮੇਜ ਬਣਿਆ ਹੋਏਗਾ। ਵੇਖੋ ਅਸੀਂ ਮੈਥਮੈਟੀਕਲ ਨੌਲੇਜ ਨਾਲ ਕਹਿੰਦੇ ਆ ਕਿ ਸਮਾਂਤਰ ਰੇਖਾਵਾਂ ਮਿਲਦੀਆਂ ਹੀ ਨਹੀਂ ਆ, ਪਰ ਇੱਕ ਹਿਸਾਬ ਦਾ ਤੁਸੀਂ ਇਹ ਸੋਚ ਲਓ ਕਿ ਮੈਂ ਇਹਦੀ ਮਤਲਬ ਇਸ ਲੈਂਸ ਦੀ ਇੱਕ ਲਾਜ ਹੀ ਬਚਾਉਣ ਡਿਆ ਵਾਂ ਕਿ ਇਹਦੇ ਸਾਹਮਣੇ ਆਬਜੈਕਟ ਪਿਆ ਵਾ ਤੇ ਇਹ ਉਹਨੂੰ ਦਿਖਾਉਂਦਾ ਹੀ ਨਹੀਂ ਪਿਆ। ਇੱਦਾਂ ਤੇ ਹੋ ਹੀ ਨਹੀਂ ਸਕਦਾ ਕਿ ਆਬਜੈਕਟ ਲੈਂਸ ਦੇ ਬਿਲਕੁਲ ਕਰੀਬ ਪਿਆ ਵਾ ਤੇ ਇਮੇਜ ਉਹਦਾ ਬਣਦਾ ਹੀ ਨਹੀਂ ਪਿਆ। ਇੱਥੇ ਆਪਾਂ ਇਹਦੀ ਇੱਕ ਇੱਜ਼ਤ ਬਚਾਉਣ ਵਾਲੀ ਗੱਲ ਕੀਤੀ ਆ ਕਿ ਇਮੇਜ ਕਿੱਥੇ ਬਣਦਾ ਪਿਆ ਵਾ? ਇਨਫਿਨਿਟੀ ਤੇ ਬਣਦਾ ਪਿਆ ਵਾ, ਤੇ ਅਸੀਂ ਆਪਣੇ ਮਨ ਦੇ ਵਿੱਚ ਇਹ ਗੱਲ ਕਹਿ ਲਈ ਆ ਕਿ ਉਹ ਇਮੇਜ ਇਨਫਿਨਿਟੀ ਤੇ ਬਣਦਾ ਪਿਆ ਵਾ ਤੇ ਬਹੁਤ ਵੱਡਾ ਬਣਦਾ ਪਿਆ ਵਾ। ਅਦਰਵਾਈਜ਼ ਉਲਟਾ ਹੋ ਜਾਏਗਾ ਨਾ ਕਿ ਆਬਜੈਕਟ ਲੈਂਸ ਦੇ ਅੱਗੇ ਪਿਆ ਤੇ ਇਮੇਜ ਕਿੱਥੇ ਬਣਿਆ? ਇਮੇਜ ਤੇ ਬਣਨਾ ਚਾਹੀਦਾ ਸੀ ਨਾ, ਕਿਉਂਕਿ ਲੈਂਸ ਦਾ ਕਰੈਕਟਰ ਆ, ਇਮੇਜ ਬਣਾਏਗਾ। ਤੇ ਇੱਥੇ ਅਸੀਂ ਕਹਿ ਦਿੰਦੇ ਆ ਕਿ ਇਹ ਇਨਫਿਨਿਟੀ ਤੇ ਬਣਿਆ, ਬਹੁਤ ਹੀ ਦੂਰ ਬਣਿਆ। ਸੋ ਅਸੀਂ ਕਵਾਂਗੇ ਕਿ ਜਦੋਂ ਆਬਜੈਕਟ ਜਿਹੜਾ ਇਹ ਫੋਕਸ ਤੇ ਰੱਖਾਂਗੇ ਤੇ ਇਮੇਜ ਕਿੱਥੇ ਬਣੇਗਾ? ਇਨਫਿਨਿਟੀ ਤੇ ਬਣੇਗਾ, ਬੇਅੰਤ ਦੂਰੀ ਤੇ ਬਣੇਗਾ, ਤੇ ਬਹੁਤ ਹੀ ਹਾਈਲੀ ਮੈਗਨੀਫਾਈਡ ਜਾਂ ਹਾਈਲੀ ਲਾਰਜ ਬਣੇਗਾ। ਤੇ ਅਸੀਂ ਮੰਨਿਆ ਹੋਇਆ ਕਿ ਸ਼ਾਇਦ ਇਹ ਬਹੁਤ ਅੱਗੇ ਜਾ ਕੇ ਮਿਲ ਜਾਂਦੀਆਂ ਹੋਣਗੀਆਂ, ਤੇ ਜੇ ਮਿਲ ਜਾਂਦੀਆਂ ਹੋਣਗੀਆਂ ਤੇ ਫਿਰ ਰੀਅਲ, ਅਸੀਂ ਇੱਥੇ ਕਵਾਂਗੇ ਰੀਅਲ, ਤੇ ਪਹਿਲਾਂ ਦੀ ਤਰ੍ਹਾਂ ਹੀ ਇਨਵਰਟਡ, ਕਿ ਉਲਟਾ ਹੀ ਬਣੇਗਾ। ਹੁਣ ਅਸੀਂ ਅਗਲਾ ਕੇਸ ਦੇਖਦੇ ਹਾਂ। ਕਨਵੈਕਸ ਲੈਂਸ ਦੇ ਕੇਸ ਵਿੱਚ ਇਹ ਬਹੁਤ ਹੀ ਮਹੱਤਵਪੂਰਨ ਕੇਸ ਆ ਜਿਹੜਾ ਅਸੀਂ ਹੁਣ ਕੇਸ ਕਰਨ ਜਾ ਰਹੇ ਹਾਂ। ਪਹਿਲਾਂ ਅਸੀਂ F ਤੇ 2F ਮਾਰਕ ਕਰ ਲੈਂਦੇ ਹਾਂ ਦੋਨੋਂ ਸਾਈਡ ਤੇ, F ਤੇ 2F। ਮੈਂ ਬਾਰ-ਬਾਰ ਕਹਿ ਰਿਹਾ ਕਿ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਕਿ ਜਿੰਨੀ ਇਹ ਦੂਰੀ ਆ ਉਨੀ ਇਹ ਦੂਰੀ, ਤੇ ਉਨੀ ਹੀ ਅੱਗੇ ਤੇ ਉਨੀ ਹੀ ਅੱਗੇ ਦੇਖਣ ਨੂੰ ਵੀ ਲੱਗਣੀ ਚਾਹੀਦੀ ਆ। ਤੇ ਹੁਣ ਅਸੀਂ ਆਬਜੈਕਟ ਕਿੱਥੇ ਰੱਖਿਆ? ਇਸ ਜਗ੍ਹਾ ਤੇ ਰੱਖਿਆ, O ਤੇ F ਦੇ ਅੰਦਰ। ਇਧਰੋਂ ਕੋਈ ਇਨਸੀਡੈਂਟ ਰੇ ਆਈ ਤੇ ਇੱਕ ਇਨਸੀਡੈਂਟ ਰੇ ਇਧਰੋਂ ਆਈ, ਉਸੇ ਤਰੀਕੇ ਨਾਲ ਹੀ ਉੱਪਰ ਵਾਲੀ ਨੇ ਕਿੱਥੋਂ ਦੀ ਜਾਣਾ? ਫੋਕਸ ਦੇ ਵਿੱਚੋਂ ਦੀ ਜਾਣਾ, ਤੇ ਨੀਚੇ ਵਾਲੀ ਬਿਲਕੁਲ ਸਿੱਧੀ ਜਾਏਗੀ। ਹੁਣ ਇਸ ਕੇਸ ਦੇ ਵਿੱਚ ਇੱਕ ਚੀਜ਼ ਨੋਟ ਕਰਨਾ ਕਿ ਇਹ ਜਿਹੜੀਆਂ ਰਿਫਰੈਕਟਡ ਰੇਜ਼ ਆ ਨਾ, ਇਹ ਡਾਈਵਰਜਿੰਗ ਆ, ਮਤਲਬ ਜਿਵੇਂ ਜਿਵੇਂ ਅੱਗੇ ਵੱਧਦੀਆਂ ਪਈਆਂ ਵਾ ਤਿਵੇਂ ਤਿਵੇਂ ਇਹਨਾਂ ਦੀ ਦੂਰੀ ਜਿਹੜੀ ਆ ਉਹ ਵੱਧਦੀ ਪਈ ਆ। ਇਹ ਪ੍ਰੈਕਟੀਕਲੀ ਪ੍ਰੂਫ ਆ।
ਅਸੀਂ ਇਸ ਤਰੀਕੇ ਨਾਲ ਬਣਾ ਰਹੇ ਹਾਂ। ਮੈਨੂੰ ਤੇ ਪਹਿਲਾਂ ਹੀ ਪਤਾ ਕਿ ਇਹ ਡਾਈਵਰਜਿੰਗ ਨੇਚਰ ਦੀਆਂ ਬਣਨੀਆਂ, ਮਤਲਬ ਜਿਵੇਂ ਜਿਵੇਂ ਦੂਰ ਜਾਣਗੀਆਂ ਤਿਵੇਂ ਤਿਵੇਂ ਇਹਨਾਂ ਦੀ ਦੂਰੀ ਜਿਹੜੀ ਆਪਸੀ ਦੂਰੀ ਜਿਹੜੀ ਆ ਉਹ ਵੱਧਦੀ ਜਾਏਗੀ। ਪਰ ਤੁਸੀਂ ਬਿਲਕੁਲ ਸਕੇਲ ਦੇ ਨਾਲ ਇਹਨੂੰ ਪ੍ਰੋਪਰ ਤਰੀਕੇ ਨਾਲ ਬਣਾ ਕੇ ਦੇਖੋਗੇ, ਤੁਹਾਨੂੰ ਆਪਣੇ ਆਪ ਹੀ ਇਹ ਡਾਈਵਰਜਿੰਗ ਮਿਲਣਗੀਆਂ। ਹੁਣ ਜਦੋਂ ਅਸੀਂ ਇਸ ਸਾਈਡ ਤੋਂ ਦੇਖਾਂਗੇ ਕਿ ਇਹ ਕਿੱਥੋਂ ਆ ਰਹੀਆਂ ਵਾ, ਤੇ ਸਾਨੂੰ ਲੱਗੇਗਾ ਕਿ ਅਸੀਂ ਕੀ ਕਰਾਂਗੇ, ਇਹਨੂੰ ਰੀਟਰੇਸ ਕਰਾਂਗੇ। ਅਸੀਂ ਇਹਨੂੰ ਰੀਟਰੇਸ ਕਰਾਂਗੇ ਪਿੱਛੇ ਦੋਨਾਂ ਨੂੰ ਹੀ, ਤੇ ਸਾਨੂੰ ਲੱਗੇਗਾ ਬਿਲਕੁਲ ਸਕੇਲ ਦੇ ਨਾਲ ਬਣਾਇਆ ਜਾਵੇ ਤੇ ਸਾਨੂੰ ਲੱਗੇਗਾ ਕਿ ਇਹ ਸ਼ਾਇਦ ਇੱਥੋਂ ਆ ਰਹੀਆਂ, ਇਸ ਪੁਆਇੰਟ ਤੋਂ ਆ ਰਹੀਆਂ। ਹੁਣ ਦੇਖੋ, ਇਹ ਲਾਸਟ ਕੇਸ ਮੈਂ ਪਹਿਲਾਂ ਹੀ ਕਿਹਾ ਸੀ ਇੰਪੋਰਟੈਂਟ ਆ ਕਿ ਆਬਜੈਕਟ ਕਿੱਥੇ ਪਿਆ, ਪ੍ਰਕਾਸ਼ ਕੇਂਦਰ ਆਪਟੀਕਲ ਸੈਂਟਰ ਤੇ ਫੋਕਸ ਦੇ ਅੰਦਰ ਪਿਆ। ਇਹ ਆਬਜੈਕਟ ਪਿਆ, ਉਸੇ ਤਰੀਕੇ ਨਾਲ ਦੋ ਇਨਸੀਡੈਂਟ ਰੇਜ਼ ਲਈਆਂ ਤੇ ਇਹ ਰਿਫਰੈਕਟ ਹੋ ਕੇ ਡਾਈਵਰਜਿੰਗ ਨੇਚਰ ਨਾਲ ਬਾਹਰ ਨਿਕਲੀਆਂ। ਜੇਕਰ ਡਾਈਵਰਜਿੰਗ ਨੇਚਰ ਨਾਲ ਬਾਹਰ ਨਿਕਲੀਆਂ ਤੇ ਇਹਦਾ ਮਤਲਬ ਤੇ ਇਹਨਾਂ ਨੇ ਕਿਤੇ ਮਿਲਣਾ ਹੀ ਨਹੀਂ ਆ, ਤੇ ਜੇ ਇਹਨਾਂ ਨੇ ਨਹੀਂ ਮਿਲਣਾ ਤੇ ਫਿਰ ਇਮੇਜ ਕਿੱਥੇ ਬਣਿਆ। ਤੇ ਇਸ ਕੇਸ ਦੇ ਵਿੱਚ ਜੇਕਰ ਅਸੀਂ ਇਧਰੋਂ ਜਦੋਂ ਦੇਖਦੇ ਆ ਨਾ ਕਿ ਆਬਜੈਕਟ ਇੱਥੇ ਪਿਆ ਵਾ ਤੇ ਇਹ ਡਾਈਵਰਜਿੰਗ ਰੇਜ਼ ਸਾਡੀ ਆਈਜ਼ ਦੇ ਅੰਦਰ ਆਉਣਗੀਆਂ ਤੇ ਸਾਡੀ ਆਈਜ਼ ਕੀ ਕਰਨਗੀਆਂ, ਇਹਨਾਂ ਰੇਜ਼ ਨੂੰ ਰੀਟਰੇਸ ਕਰਨਗੀਆਂ। ਰੀਟਰੇਸ ਕਰਕੇ ਇਸ ਰੇ ਨੂੰ ਰੀਟਰੇਸ ਕਰੇਗੀ, ਇਸੇ ਤਰੀਕੇ ਨਾਲ ਦੇਖੇਗੀ ਕਿ ਕਿੱਥੋਂ ਆ ਰਹੀ ਆ, ਤੇ ਇਸ ਰੇ ਨੂੰ ਵੀ ਰੀਟਰੇਸ ਕਰੇਗੀ ਪ੍ਰਕਾਸ਼ ਦੀ ਕਿਰਨ ਨੂੰ, ਤੇ ਸਾਨੂੰ ਲੱਗੇਗਾ ਕਿ ਇਹ ਦੋਨੋਂ ਹੀ ਰੇਜ਼ ਕਿਸੇ ਇਸ ਜਗ੍ਹਾ ਦੇ ਉੱਪਰ ਮਿਲਦੀਆਂ ਪਈਆਂ ਵਾ। ਤੇ ਜਿੱਥੇ ਇਹ ਮਿਲਦੀਆਂ ਪਈਆਂ ਵਾ, ਮਤਲਬ ਕੀ ਸੱਚਮੁੱਚ ਮਿਲਦੀਆਂ ਪਈਆਂ ਵਾ ਨਹੀਂ, ਪਰ ਸਾਨੂੰ ਲੱਗਦਾ ਪਿਆ ਵਾ ਕਿ ਇਹ ਇਸ ਜਗ੍ਹਾ ਤੇ ਸ਼ਾਇਦ ਇਕੱਠੀਆਂ ਹੁੰਦੀਆਂ ਹੋਣਗੀਆਂ ਪਿੱਛੇ ਜਾ ਕੇ। ਤੇ ਅਸੀਂ ਕੀ ਕਵਾਂਗੇ, ਇਹਦਾ ਜਿਹੜਾ ਇਮੇਜ ਆ ਉਹ ਕਿੱਥੇ ਬਣੇਗਾ, ਇਸ ਜਗ੍ਹਾ ਤੇ ਬਣੇਗਾ। ਤੇ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਵਾ ਕਿ ਇਹ ਜਿਹੜਾ ਸੱਚਮੁੱਚ ਜਿਹੜਾ ਇਹ ਰੀਅਲ ਇਮੇਜ ਆ, ਨਹੀਂ, ਕਿਉਂਕਿ ਇਹ ਜਿਹੜੀਆਂ ਰੇਜ਼ ਆ ਰਿਫਰੈਕਟ ਹੋ ਕੇ ਬਾਹਰ ਨਿਕਲ ਕੇ ਆਪਸ 'ਚ ਨਹੀਂ ਮਿਲੀਆਂ। ਅਸੀਂ ਸਿਰਫ ਇੱਥੇ ਇਹ ਗੱਲ ਕਹਿ ਰਹੇ ਹਾਂ ਕਿ ਜਦੋਂ ਇਹਨਾਂ ਨੂੰ ਇੱਧਰੋਂ ਦੇਖਿਆ ਤਾਂ ਸਾਡੀ ਆਈਜ਼ ਦੇ ਵਿੱਚ ਇਹ ਦੋਨੋਂ ਰੇਜ਼ ਪੈਣਗੀਆਂ, ਤਾਂ ਅਸੀਂ ਰੀਟਰੇਸ ਕਰਾਂਗੇ ਤੇ ਸਾਨੂੰ ਲੱਗੇਗਾ ਕਿ ਇਹ ਰੇਜ਼ ਇੱਥੋਂ ਆ ਰਹੀਆਂ ਵਾ, ਤੇ ਇਹ ਪੁਆਇੰਟ ਕੀ ਹੋਏਗਾ, ਏ ਦਾ ਇਮੇਜ ਹੋਏਗਾ। ਮਤਲਬ ਇਹਨੂੰ ਅਸੀਂ ਕੀ ਕਵਾਂਗੇ, ਏ ਡੈਸ਼ ਤੇ ਬੀ ਡੈਸ਼। ਮਤਲਬ ਜਦੋਂ ਆਬਜੈਕਟ ਜਿਹੜਾ ਹੈ ਐਫ ਤੇ ਓ ਦੇ ਵਿਚਕਾਰ ਪਿਆ ਹੋਇਆ ਹੈ ਜਾਂ ਅੰਦਰ ਪਿਆ ਹੋਇਆ ਹੈ, ਤਾਂ ਇਮੇਜ ਕਿੱਥੇ ਬਣਦਾ ਪਿਆ ਹੈ, ਸੇਮ ਸਾਈਡ ਤੇ ਬਣਦਾ ਪਿਆ ਹੈ। ਹੁਣ ਮੈਂ ਲਿਖਾਂਗਾ ਸੇਮ ਸਾਈਡ ਤੇ। ਇੱਕ ਗੱਲ ਦਾ ਖਿਆਲ ਰੱਖਣਾ ਕਿ ਜਿਵੇਂ ਮੈਂ ਇੱਥੇ ਬਣਾਤਾ ਕਿ ਇੱਥੇ ਕਨਫਿਊਜ਼ ਨਹੀਂ ਹੋਣਾ ਕਿ ਮੈਂ ਇਹਨੂੰ ਇਮੇਜ ਨੂੰ ਜਿਹੜਾ ਵਾ 2F ਦੇ ਲਾਗੇ ਬੰਨੇ ਬਣਾਤਾ ਕਿਤੇ, ਨਹੀਂ, ਇਹ ਇੱਥੇ ਵੀ ਬਣ ਸਕਦਾ ਸੀ, ਇੱਥੇ ਵੀ ਬਣ ਸਕਦਾ ਸੀ, ਇੱਥੇ ਵੀ ਬਣ ਸਕਦਾ ਸੀ। ਇਹਦੀ ਹਾਈਟ ਤੇ ਡਿਪੈਂਡ ਕਰਦਾ ਸੀ ਕਿ ਇਹ ਕਿੱਥੇ ਬਣਨਾ ਵਾ। ਇੱਧਰ ਆਪਾਂ ਕੋਈ ਜਸਟੀਫਾਈ ਨਹੀਂ ਕਰਨਾ ਕਿ ਇਮੇਜ ਜਿਹੜਾ ਵਾ ਐਫ ਦੇ ਜਾਂ 2F ਦੇ ਅੰਦਰ ਬਣਿਆ ਵਾ ਜਾਂ 2F ਤੋਂ ਬਾਹਰ ਬਣਿਆ ਵਾ। ਅਸੀਂ ਸਿਰਫ ਇੱਕੋ ਗੱਲ ਲਿਖਣੀ ਆ ਕਿ ਸੇਮ ਸਾਈਡ ਤੇ ਹੀ ਬਣਿਆ ਵਾ। ਹੁਣ ਇਹ ਬਹੁਤ ਵੱਡਾ ਬਣਿਆ ਵਾ, ਇਹ ਕੀ ਆ, ਇਹ ਲਾਰਜ ਬਣਿਆ ਵਾ, ਲਾਰਜ। ਤੇ ਕੀ ਇਹ ਰੀਅਲ ਆ, ਨਹੀਂ, ਇਹ ਇੱਕੋ ਹੀ ਕੇਸ ਆ ਜਿੱਥੇ ਵਰਚੁਅਲ ਬਣਦਾ ਪਿਆ ਵਾ ਤੇ ਸਿੱਧਾ ਬਣਦਾ ਪਿਆ ਵਾ। ਇਹ ਵਰਚੁਅਲ ਆ। ਵਰਚੁਅਲ ਕਿਉਂ ਆ, ਕਿਉਂਕਿ ਰਿਫਰੈਕਟਡ ਰੇਜ਼ ਆਪਸ 'ਚ ਮਿਲੀਆਂ ਹੀ ਨਹੀਂ ਆ। ਅਸੀਂ ਇਹਨਾਂ ਨੂੰ ਪਿੱਛੇ ਰੀਟਰੇਸ ਕਰਕੇ ਦੇਖਿਆ ਕਿ ਇਹ ਇੱਥੋਂ ਆ ਰਹੀਆਂ ਵਾ। ਇਹ ਕੀ ਆ, ਵਰਚੁਅਲ ਮਤਲਬ ਆਭਾਸੀ, ਸੱਚਮੁੱਚ ਨਹੀਂ। ਜਿਵੇਂ ਅਸੀਂ ਮਿਰਰ ਦੇ ਕੇਸ ਦੇ ਵਿੱਚ ਅਸੀਂ ਮਿਰਰ ਦੇ ਸਾਹਮਣੇ ਖਲੋਨੇ ਆ, ਪਲੇਨ ਮਿਰਰ ਦੇ ਸਾਹਮਣੇ ਖਲੋਨੇ ਆ, ਤੇ ਪਲੇਨ ਮਿਰਰ 'ਚ ਸਾਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਆ, ਸਾਡਾ ਇਮੇਜ ਨਜ਼ਰ ਆਉਂਦਾ। ਉਹ ਇਮੇਜ ਕੀ ਹੁੰਦਾ, ਉਹ ਵੀ ਇਮੇਜ ਵਰਚੁਅਲ ਹੀ ਹੁੰਦਾ। ਇਹ ਵੀ ਇਮੇਜ ਕੀ ਆ, ਵਰਚੁਅਲ ਆ। ਤੇ ਇਹ ਸਿੱਧਾ ਵਾ, ਇਰੈਕਟ ਵਾ, ਇਹ ਬਿਲਕੁਲ ਸਿੱਧਾ ਬਣਿਆ ਵਾ। ਇਹ ਆ ਕਨਵੈਕਸ ਲੈਂਸ ਦੇ ਕੇਸ ਦੇ ਵਿੱਚ ਜਿਹੜੀ ਇਮੇਜ ਫਾਰਮੇਸ਼ਨ ਆ। ਇਹਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਆਬਜੈਕਟ ਇਨਫਿਨਿਟੀ ਤੇ ਆ ਤੇ ਇਮੇਜ ਕਿੱਥੇ ਬਣਦਾ ਪਿਆ, ਫੋਕਸ ਤੇ ਬਣਦਾ ਪਿਆ। ਤੇ ਫਿਰ ਜਦੋਂ ਆਬਜੈਕਟ ਫੋਕਸ ਤੇ ਆ ਤੇ ਇਮੇਜ ਕਿੱਥੇ ਬਣਦਾ ਪਿਆ, ਇਨਫਿਨਿਟੀ ਤੇ ਬਣਦਾ ਪਿਆ। ਜਦੋਂ ਆਬਜੈਕਟ 2F ਤੋਂ ਬਾਹਰ ਆ, ਬਿਯੋਂਡ 2F ਆ, ਤੇ ਇਮੇਜ ਕਿੱਥੇ ਬਣਦਾ ਪਿਆ, ਬਿਟਵੀਨ F ਐਂਡ 2F। ਤੇ ਇੱਧਰ ਉਲਟਾ ਹੋ ਗਿਆ ਕਿ ਜਦੋਂ ਆਬਜੈਕਟ 2F ਤੇ F ਦੇ ਅੰਦਰ ਆ ਤੇ ਇਮੇਜ ਕਿੱਧਰ ਬਣਦਾ ਪਿਆ, 2F ਤੋਂ ਬਾਹਰ ਬਣਦਾ ਪਿਆ। ਤੇ ਇੱਕ ਸਾਡੇ ਕੋਲੋਂ ਇਹ ਵਾਲਾ ਜਿਹੜਾ ਕੇਸ ਆ, ਇਹ ਬਹੁਤ ਹੀ ਸਪੈਸ਼ਲ ਕੇਸ ਆ, ਇਹ ਵਾਲਾ। ਇਸ ਕੇਸ ਦੇ ਵਿੱਚ ਸਾਨੂੰ ਇਮੇਜ ਜਿਹੜਾ ਵਾ, ਇਕੱਲੇ ਕੇਸ ਦੇ ਵਿੱਚ ਇਮੇਜ ਸਾਨੂੰ ਸਿੱਧਾ ਦਿਖਿਆ ਤੇ ਦੂਸਰਾ ਵਰਚੁਅਲ ਆ। ਇੱਕ ਤੇ ਇਰੈਕਟ ਆ, ਦੂਸਰਾ ਵਰਚੁਅਲ ਆ, ਆਭਾਸੀ ਆ, ਤੇ ਇੱਕ
ਸਿੱਧਾ ਵਾ। ਹੁਣ ਜਿਹੜੀ ਸਾਡੇ ਕੋਲੋਂ ਸਿੰਪਲ ਮਾਈਕਰੋਸਕੋਪ ਆ ਜਿਹਨੂੰ ਅਸੀਂ ਸੂਖਮਦਰਸ਼ੀ ਬੋਲਦੇ ਆ, ਉਹਦਾ ਸਿਧਾਂਤ ਕੀ ਆ? ਉਹਦਾ ਸਿਧਾਂਤ ਇਹੀ ਹੁੰਦਾ ਵਾ ਕਿ ਅਸੀਂ ਆਬਜੈਕਟ ਨੂੰ ਕਿੱਥੇ ਰੱਖਦੇ ਆ, ਮਤਲਬ ਜਿਹਨੂੰ ਵੱਡਾ ਕਰਕੇ ਵੇਖਣਾ ਹੋਵੇ ਉਹਨੂੰ ਕਿੱਥੇ ਰੱਖਦੇ ਆ? ਐਫ ਓ ਦੇ ਅੰਦਰ ਰੱਖਦੇ ਆ। ਇਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕੀ ਕਵਾਂਗੇ ਕਿ ਵੈਨਐਵਰ ਵੀ ਪਲੇਸ ਦਾ ਆਬਜੈਕਟ ਇਨ ਬਿਟਵੀਨ ਓ ਐਂਡ ਐਫ the image obtained on same side and the nature of image is erect and virtual, कि वो की होएगा? आभासी होएगा, सिद्धा होएगा। ये बहुत इंपॉर्टेंट केस आ। ਅਸੀਂ ਕਨਕੇਵ ਲੈਂਸ ਦੇ ਕੇਸ ਦੇਖਦੇ ਹਾਂ। ਸੋ ਇਸ ਕੇਸ ਦੇ ਵਿੱਚ ਦੋ ਹੀ ਕੇਸ ਬਣਦੇ ਆ, ਇੱਕ ਇਨਫਿਨਿਟੀ ਤੇ ਦੂਸਰਾ ਇਸ ਲੈਂਸ ਦੇ ਲਾਗੇ। ਪਹਿਲਾਂ ਅਸੀਂ ਕੇਸ ਡਿਸਕਸ ਕਰ ਲੈਂਦੇ ਆ ਇਨਫਿਨਿਟੀ ਤੇ, ਕਿ ਇੱਧਰੋਂ ਮੰਨ ਲਓ ਕਿਤੋਂ ਇਨਫਿਨਿਟੀ ਤੋਂ ਰੇਜ਼ ਆ ਰਹੀਆਂ। ਸਾਨੂੰ ਪਤਾ ਕਿ ਅਸੀਂ ਪੜ੍ਹਿਆ ਕਿ ਇਨਫਿਨਿਟੀ ਤੋਂ ਆਉਣ ਵਾਲੀਆਂ ਰੇਜ਼ ਅਸੀਂ ਕੀ ਲੈਂਦੇ ਆ? ਪ੍ਰਿੰਸੀਪਲ ਐਕਸਿਸ ਦੇ ਪੈਰਲਲ ਲੈਂਦੇ ਆ। ਇਨਫਿਨਿਟੀ ਤੋਂ ਆਉਣ ਵਾਲੀਆਂ ਰੇਜ਼ ਨੂੰ ਤੁਸੀਂ ਉੱਪਰ ਨੀਚੇ ਵੀ ਲੈ ਸਕਦੇ, ਜੋ ਮੈਂ ਇਸ ਤਰ੍ਹਾਂ ਵੀ ਲੈ ਸਕਦਾ ਵਾਂ। ਮੈਂ ਉਸ ਕਨਵੈਕਸ ਲੈਂਸ ਦੇ ਕੇਸ ਵਿੱਚ ਜਦੋਂ ਆਬਜੈਕਟ ਨੂੰ ਇਨਫਿਨਿਟੀ ਤੇ ਮੰਨਿਆ ਸੀ ਤੇ ਮੈਂ ਉੱਥੇ ਵੀ ਇਦਾਂ ਹੀ ਲੈ ਸਕਦਾ ਸੀ ਕਿ ਇਹ ਦੋ ਇਨਸੀਡੈਂਟ ਰੇਜ਼ ਆਈਆਂ ਤੇ ਰਿਫਰੈਕਟ ਹੋ ਕੇ ਫੋਕਸ ਤੇ ਪਈਆਂ। ਸੋ ਮੈਂ ਦੋ ਰੇਜ਼ ਲੈ ਰਿਹਾ ਜਿਹੜੀਆਂ ਕਿ ਇਨਫਿਨਿਟੀ ਤੋਂ ਆ ਰਹੀਆਂ, ਜਿਹੜੀਆਂ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ। ਹੁਣ ਸਾਨੂੰ ਪਤਾ ਹੈ ਕਿ ਇਹ ਲੈਂਸ ਕੀ ਕਰਦਾ ਹੈ? ਇਹ ਲੈਂਸ ਇਹਨਾਂ ਰੇਜ਼ ਨੂੰ ਕੀ ਕਰਦਾ ਹੈ? ਡਾਈਵਰਜ ਕਰ ਦਿੰਦਾ ਹੈ, ਇਸ ਤਰੀਕੇ ਨਾਲ ਉੱਪਰ ਨੀਚੇ ਖਿਲਾਰ ਦਿੰਦਾ ਹੈ। ਤੇ ਜੇਕਰ ਅਸੀਂ ਇੱਧਰੋਂ ਦੀ ਦੇਖਾਂਗੇ ਸਾਡੀ ਆਈਜ਼ ਦੇ ਅੰਦਰ ਇਹ ਰੇਜ਼ ਆਉਣਗੀਆਂ ਤੇ ਸਾਨੂੰ ਲੱਗੇਗਾ ਕਿ ਰੇਜ਼ ਕਿੱਥੋਂ ਆ ਰਹੀਆਂ ਵਾ? ਸਾਨੂੰ ਲੱਗੇਗਾ ਕਿ ਇਹ ਰੇਜ਼ ਆ ਰਹੀਆਂ ਨੇ ਇਸ ਪੁਆਇੰਟ ਤੋਂ ਕਿਤੇ, ਤੇ ਉਹ ਪੁਆਇੰਟ ਕੀ ਹੋਏਗਾ? ਫੋਕਸ ਹੋਏਗਾ। ਲਾਸਟ ਕਲਾਸ ਦੇ ਵਿੱਚ ਇਹ ਦੇਖਿਆ ਸੀ ਕਿ ਇਸ ਲੈਂਸ ਦੀ ਫੋਕਲ ਲੈਂਥ ਜਿਹੜੀ ਆ ਉਹ ਬੈਕ ਸਾਈਡ ਤੇ ਬਣ ਰਹੀ ਆ, ਕਿ ਇਹ ਫੋਕਲ ਲੈਂਥ ਕੀ ਹੁੰਦੀ ਆ? ਵਰਚੁਅਲ ਹੁੰਦੀ ਆ। ਤੇ ਉਸੇ ਤਰੀਕੇ ਨਾਲ ਜਦੋਂ ਇਨਫਿਨਿਟੀ ਤੋਂ ਰੇਜ਼ ਆਉਣਗੀਆਂ ਤਾਂ ਇਹ ਡਾਈਵਰਜ ਕਰ ਦੇਗਾ, ਖਿਲਾਰ ਦੇਗਾ। ਤੇ ਜਦੋਂ ਅਸੀਂ ਇਧਰੋਂ ਦੀ ਇਹਨਾਂ ਰੇਜ਼ ਨੂੰ ਦੇਖਾਂਗੇ, ਸਾਡੀ ਆਈਜ਼ ਦੇ ਅੰਦਰ ਇਹ ਦੋਨੋਂ ਰੇਜ਼ ਆਉਣਗੀਆਂ ਤੇ ਸਾਡੀ ਆਈਜ਼ ਕੀ ਕਰੇਗੀ? ਇਹਨਾਂ ਨੂੰ ਰੀਟਰੇਸ ਕਰੇਗੀ। ਉਹਨੂੰ ਲੱਗੇਗਾ ਇਮੇਜ ਕਿੱਥੇ ਬਣਦਾ ਪਿਆ ਵਾ? ਫੋਕਸ ਤੇ ਬਣਦਾ ਪਿਆ ਵਾ। ਸੋ ਸਾਡੇ ਕੋਲੋਂ ਪਹਿਲਾ ਜਿਹੜਾ ਕੇਸ ਆ ਉਹ ਇਸ ਲੈਂਸ ਦਾ ਕੀ ਆਇਆ ਕਿ ਆਬਜੈਕਟ ਕਿੱਥੇ ਆ, ਇਮੇਜ ਕਿੱਥੇ ਆ ਤੇ ਨੇਚਰ ਕੀ ਆ। ਆਬਜੈਕਟ ਇਨਫਿਨਿਟੀ ਤੇ, ਇਮੇਜ ਫੋਕਸ ਤੇ ਜੇ ਫੋਕਸ ਤੇ ਆ ਤੇ ਇਹ ਕੀ ਆ? ਸਮੌਲ ਸਾਈਜ਼ ਆ, ਬਹੁਤ ਛੋਟਾ ਬਣਦਾ ਪਿਆ। दूसरे नंबर ते वर्चुअल वर्चुअल बनेगा क्योंकि रेज मिलियां ही नहीं। जे रेज मिलियां ही नहीं तो असीं तो रीट्रेस करके देखते पे हाँ। वर्चुअल वर्चुअल मतलब पंजाबी दे विच आभासी। तो की ये सीधा बनेगा या पुट्ठा बनेगा? तो ये याद रखो कि जिहड़ा कनकेव लेंस आ, कनकेव लेंस दे विच जिहड़ा इमेज आ वो हमेशा ही इरैक्ट बनता वा, सीधा बनता वा, इरैक्ट। ਲੈਂਸ ਦਾ ਦੂਸਰਾ ਕੇਸ ਦੇਖਦੇ ਹਾਂ। F ਤੇ 2F ਬਣਾ ਲਓ ਦੋਨੋਂ ਸਾਈਡ ਤੇ। ਆਬਜੈਕਟ ਨੂੰ ਕਿੱਥੇ ਰੱਖਦੇ ਹਾਂ? F ਤੇ 2F ਦੇ ਅੰਦਰ ਰੱਖਦੇ ਹਾਂ। ਤੇ ਅਸੀਂ ਇੱਥੋਂ ਇਨਸੀਡੈਂਟ ਰੇਜ਼ ਲੈ ਲੈਂਦੇ ਹਾਂ ਤੇ ਇੱਕ ਇਨਸੀਡੈਂਟ ਰੇਜ਼ ਲੈ ਲੈਂਦੇ ਹਾਂ बिल्कुल ऑप्टिकल सेंटर दे विचों, प्रकाशी केंद्र दे विचों। ते सानू पता कि इहदी जिहड़ी रिफ्रैक्टेड रे आ, जिहड़ी प्रिंसीपल एक्सिस दे पैरलल हुंदी आ, वो बाहर निकल के डाइवर्ज हुंदी आ, उपर नूं जांदी आ। ते इह वाली बिल्कुल सीधी जाएगी। हुण इस केस दे विच इह दोनों आपस दे विच मिल ही नहीं रहीआं, पर जेकर असीं इधरों देखांगे तो सानू लगेगा कि ये कित्थों आ रही वा। असी दोनों नू रीट्रेस करते हैं तो रीट्रेस करके सानू जिथे ये मिलणगियां उत्थे की बनेगा? इमेज बनेगा A डैश B डैश। तुसीं इहनूं रीट्रेस कर लो, तुहानूं जिथे मिलदियां होईयां लगणगियां उत्थे ही इमेज बनेगा। इधर असी की लिखांगे? ऑब्जेक्ट कित्थे आ? F ते 2F दे अंदर किते भी। इमेज कित्थे बनता पिया वा? O ते F दे अंदर, मतलब ऑप्टिकल सेंटर प्रकाशी केंद्र ते फोकल लेंथ दे अंदर।
ਹੁਣ ਇਹ ਕੀ ਬਣਦਾ ਪਿਆ ਵਾ, ਸਮੋਲ ਸਾਈਜ਼ ਬਣਦਾ ਪਿਆ ਵਾ, ਸਿੱਧਾ ਬਣਦਾ ਪਿਆ ਵਾ, ਤੇ ਤੀਸਰਾ ਵਰਚੁਅਲ ਬਣਦਾ ਪਿਆ। ਵਰਚੁਅਲ ਕਿਉਂ? ਕਿਉਂਕਿ ਰਿਫਰੈਕਟਡ ਰੇਜ਼ ਆਪਸ ਦੇ ਵਿੱਚ ਮਿਲੀਆਂ ਹੀ ਨਹੀਂ। ਸੋ ਉੱਪਰ ਵਾਲਾ ਹੀ ਆ ਜਾਏਗਾ ਸਮੋਲ ਸਾਈਜ਼, ਵਰਚੁਅਲ ਤੇ ਇਰੈਕਟ। ਅਸੀਂ ਇਸ ਜਿਹੜਾ ਕਨਕੇਵ ਲੈਂਸ ਆ ਉਹਦੇ ਵਿੱਚ ਇਹ ਦੋ ਕੇਸ ਹੀ ਕਰਦੇ ਹਾਂ। ਮਿਰਰ ਦੇ ਕੇਸ ਦੇ ਵਿੱਚ ਅਸੀਂ ਕੀ ਕਿਹਾ ਸੀ, ਕਨਵੈਕਸ ਮਿਰਰ ਦੇ ਕੇਸ ਵਿੱਚ ਦੋ ਕੇਸ ਕੀਤੇ ਸੀ, ਤੇ ਅਸੀਂ ਕਨਕੇਵ ਲੈਂਸ ਦੇ ਕੇਸ ਵਿੱਚ ਦੋ ਕੇਸ ਕੀਤੇ ਆ। ਸੋ ਇਹ ਜਿਹੜੀ ਇਮੇਜ ਫਾਰਮੇਸ਼ਨ ਆ ਇਹ ਬਹੁਤ ਚੰਗੇ ਤਰੀਕੇ ਨਾਲ ਆਉਣੀ ਚਾਹੀਦੀ ਆ। ਜੇਕਰ ਤੁਹਾਨੂੰ ਇਹ ਇਮੇਜ ਫਾਰਮੇਸ਼ਨ ਚੰਗੇ ਤਰੀਕੇ ਨਾਲ ਆ ਜਾਏਗੀ ਤਾਂ ਤੁਸੀਂ ਆਸਾਨੀ ਦੇ ਨਾਲ ਇਹਦੀਆਂ ਪ੍ਰੋਬਲਮਸ ਨੂੰ ਸੋਲਵ ਕਰ ਸਕਦੇ ਹੋ। ਅਸੀਂ ਲੈਂਸ ਫਾਰਮੂਲਾ ਦੇਖਦੇ ਹਾਂ ਤੇ ਦੂਸਰਾ ਮੈਗਨੀਫਿਕੇਸ਼ਨ ਦੇਖਦੇ ਹਾਂ। ਮੈਗਨੀਫਿਕੇਸ਼ਨ ਮਤਲਬ ਜਿਹੜਾ ਸਾਨੂੰ ਇਹ ਜਾਣਕਾਰੀ ਦੇਗਾ ਕਿ ਇਮੇਜ ਵੱਡਾ ਬਣਿਆ ਹੈ ਜਾਂ ਛੋਟਾ ਬਣਿਆ ਹੈ। ਪਹਿਲਾਂ ਲੈਂਸ ਫਾਰਮੂਲਾ, ਲੈਂਸ ਫਾਰਮੂਲਾ ਮਤਲਬ ਲੈਂਸ ਸੂਤਰ। ਲੈਂਸ ਫਾਰਮੂਲਾ ਕੀ ਹੈ ਕਿ ਆਬਜੈਕਟ ਦੀ ਦੂਰੀ, ਇਮੇਜ ਦੀ ਦੂਰੀ ਤੇ ਫੋਕਲ ਲੈਂਥ ਦੇ ਵਿੱਚ ਜਿਹੜਾ ਰਿਲੇਸ਼ਨ ਹੈ। ਮੈਂ ਇੱਥੇ ਡਾਇਗਰਾਮ ਦੇ ਜ਼ਰੀਏ ਸਮਝਾ ਦਿੰਦਾ ਕਿ ਮੰਨ ਲਓ ਇੱਕ ਕਨਵੈਕਸ ਲੈਂਸ ਆ ਤੇ ਅਸੀਂ ਇੱਥੇ ਫੋਕਸ ਤੇ ਇੱਥੇ 2F। ਅਸੀਂ ਕਿਹਾ ਸੀ ਕਿ ਇਹ ਮੰਨ ਲਓ 2F ਦੇ ਉੱਪਰ ਆਬਜੈਕਟ ਪਿਆ ਤੇ ਇੱਧਰ ਕੀ ਸੀ, ਇਮੇਜ ਕਿੱਥੇ ਬਣਦਾ ਪਿਆ ਸੀ, ਇਮੇਜ ਵੀ 2F ਦੇ ਉੱਪਰ ਹੀ ਬਣਦਾ ਪਿਆ ਸੀ, ਸੇਮ ਸਾਈਡ, ਸੇਮ ਸਾਈਜ਼। ਇਸ ਆਪਟੀਕਲ ਸੈਂਟਰ ਤੋਂ ਆਬਜੈਕਟ ਦੀ ਦੂਰੀ ਨੂੰ ਅਸੀਂ ਕੀ ਕਹਿੰਦੇ ਆ, U ਕਹਿੰਦੇ ਆ, ਤੇ ਇਸ ਆਪਟੀਕਲ ਸੈਂਟਰ ਤੋਂ ਇਮੇਜ ਦੀ ਦੂਰੀ ਨੂੰ ਅਸੀਂ ਕੀ ਕਹਿੰਦੇ ਆ, V ਕਹਿੰਦੇ ਆ। ਤੇ ਫੋਕਲ ਲੈਂਥ ਸਾਨੂੰ ਪਤਾ ਹੀ ਹੈ, ਫੋਕਲ ਲੈਂਥ ਕੀ ਹੈ, ਦੋਨੋਂ ਸਾਈਡ ਤੇ ਆ, ਪਰ ਜਿਹੜੀ ਫੋਕਲ ਲੈਂਥ ਅਸੀਂ ਯੂਜ਼ ਕਰ ਰਹੇ ਸੀ ਉਹ ਕਿਹੜੀ ਕਰ ਰਹੇ ਸੀ, ਇੱਧਰ ਵਾਲੀ, ਕਿਉਂਕਿ ਜਦੋਂ ਇੱਧਰ ਇਨਸੀਡੈਂਟ ਰੇ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ ਰਹੀ ਸੀ ਤੇ ਉਹ ਇੱਧਰਲੀ ਫੋਕਸ ਦੇ ਵਿੱਚੋਂ ਹੋ ਕੇ ਗੁਜ਼ਰ ਰਹੀ ਸੀ। ਸੋ ਇਹ ਜਿਹੜਾ ਆਬਜੈਕਟ ਦੀ ਦੂਰੀ, ਇਮੇਜ ਦੀ ਦੂਰੀ ਤੇ ਫੋਕਲ ਲੈਂਥ ਦੀ ਦੂਰੀ ਦੇ ਆਪਸੀ ਰਿਲੇਸ਼ਨ ਨੂੰ ਦਰਸਾਉਂਦਾ ਹੈ। ਇਸ ਨੂੰ ਅਸੀਂ ਬੋਲਦੇ ਹਾਂ ਲੈਂਸ ਫਾਰਮੂਲਾ। ਪਹਿਲਾਂ ਇਹ ਪਹਿਲਾਂ ਇਹਦੀ ਡੈਰੀਵੇਸ਼ਨ, ਇਹਦਾ ਸਿੰਪਲੀਫਿਕੇਸ਼ਨ ਵੀ ਸਾਡੇ ਸਿਲੇਬਸ ਦੇ ਵਿੱਚ ਸੀ, ਪਰ ਹੁਣ ਅਸੀਂ ਸਿੱਧਾ ਇਹਨੂੰ ਫਾਰਮੂਲੇ ਦੇ ਤੌਰ ਤੇ ਹੀ ਪੜ੍ਹਦੇ ਹਾਂ ਕਿ 1/V ਮਾਈਨਸ 1/U ਇਜ਼ ਇਕੁਅਲ ਟੂ 1/F। ਇਹ ਸਾਡਾ ਹੈ ਲੈਂਸ ਫਾਰਮੂਲਾ। ਮਿਰਰ ਦੇ ਕੇਸ ਵਿੱਚ ਕੀ ਸੀ, 1/V ਜਮਾ 1/U ਸੀ, ਇੱਥੇ 1/V ਮਾਈਨਸ 1/U ਹੈ। ਤੇ ਇਸ ਕੇਸ ਦੇ ਵਿੱਚ ਅਸੀਂ ਮੈਗਨੀਫਿਕੇਸ਼ਨ ਕਿਵੇਂ ਕੱਢਾਂਗੇ, ਮੈਗਨੀਫਿਕੇਸ਼ਨ ਮਤਲਬ ਜਿੱਥੋਂ ਸਾਨੂੰ ਇਹ ਪਤਾ ਲੱਗੇਗਾ ਕਿ ਇਮੇਜ ਵੱਡਾ ਬਣਿਆ ਜਾਂ ਛੋਟਾ ਬਣਿਆ, ਮਾਈਨਸ V/U ਤੋਂ। V ਕੀ ਆ, ਇਮੇਜ ਦੀ ਦੂਰੀ, ਤੇ U ਕੀ ਆ, ਆਬਜੈਕਟ ਦੀ ਦੂਰੀ। ਵੈਸੇ ਮੈਗਨੀਫਿਕੇਸ਼ਨ ਕੀ ਹੁੰਦੀ ਆ, ਇਮੇਜ ਦੀ ਹਾਈਟ ਤੇ ਆਬਜੈਕਟ ਦੀ ਹਾਈਟ, ਮਤਲਬ ਪ੍ਰਤੀਬਿੰਬ ਦੀ ਹਾਈਟ ਤੇ ਉਸ ਵਸਤੂ ਦੀ ਹਾਈਟ ਜਿਹਨੂੰ ਲੈਂਸ ਦੇ ਵਿੱਚ ਦੇਖਿਆ ਜਾ ਰਿਹਾ ਹੈ। ਸੋ ਫਾਰਮੂਲੇ ਆ ਜਿਹੜੇ ਇਹਦੇ ਵਿੱਚ ਕਾਫੀ ਵਰਤੇ ਜਾਣਗੇ। ਇਹ ਵਾਲਾ ਲੈਂਸ ਫਾਰਮੂਲਾ ਦੋਨਾਂ ਹੀ ਕਨਕੇਵ ਤੇ ਕਨਵੈਕਸ ਲੈਂਸ ਦੇ ਉੱਪਰ ਲੱਗੇਗਾ। ਬੇਸ਼ੱਕ ਆਬਜੈਕਟ ਕਿਤੇ ਵੀ ਪਿਆ ਹੋਵੇ ਤੇ ਇਮੇਜ ਕਿਤੇ ਵੀ ਬਣੇ, ਇਹ ਦੋਨੋਂ ਫਾਰਮੂਲੇ ਦੋਨਾਂ ਹੀ ਲੈਂਸ ਉੱਤਲ ਤੇ ਅਵਤਲ ਵਾਸਤੇ ਲਾਗੂ ਹੋਣਗੇ। ਹੁਣ ਅਸੀਂ ਦੇਖਦੇ ਹਾਂ ਪਾਵਰ ਆਫ ਲੈਂਸ, ਕਿ ਲੈਂਸ ਦੀ ਸ਼ਕਤੀ ਕੀ ਹੁੰਦੀ ਹੈ। ਪਾਵਰ ਆਫ ਲੈਂਸ, ਮੰਨ ਲਓ ਸਾਡੇ ਕੋਲੋਂ ਇੱਕ ਕਨਵੈਕਸ ਲੈਂਸ ਆ ਤੇ ਇਧਰੋਂ ਕੋਈ ਇਨਸੀਡੈਂਟ ਰੇ ਆ ਰਹੀ ਆ, ਤੇ ਇਸ ਇਨਸੀਡੈਂਟ ਰੇ ਦੀ ਡਾਇਰੈਕਸ਼ਨ ਕੀ ਆ, ਇਹ ਵਾਲੀ। ਪਰ ਇਹ ਲੈਂਸ ਕੀ ਕਰਦਾ ਹੈ, ਇਹ ਲੈਂਸ ਇਸ ਇਨਸੀਡੈਂਟ ਰੇ ਨੂੰ ਬੈਂਡ ਕਰ ਦਿੰਦਾ ਹੈ। ਮੈਂ ਕਿਹਾ ਕਿ ਚਲੋ ਇਹਨੇ ਬੈਂਡ ਕਰ ਦਿੱਤਾ, ਇਹ ਵਾਲਾ ਮੈਂ ਮੰਨ ਲੈਣਾ ਕਿ ਇਹਨੇ ਬੈਂਡ ਕੀਤਾ, ਮੰਨ ਲਓ 20 ਡਿਗਰੀ, ਇਹਨੇ 20 ਡਿਗਰੀ ਬੈਂਡ ਕਰ ਦਿੱਤਾ। ਮੇਰੇ ਕੋਲੋਂ ਇੱਕ ਲੈਂਸ ਹੋਰ ਆ, ਉਹਦੇ ਉੱਪਰ ਵੀ ਇਸੇ ਤਰੀਕੇ ਨਾਲ ਇੱਕ ਇਨਸੀਡੈਂਟ ਰੇ ਆਈ ਇੱਧਰੋਂ, ਤੇ ਇਹ ਕਿੱਧਰ ਨੂੰ ਜਾ ਰਹੀ ਸੀ, ਇੱਧਰ ਨੂੰ ਜਾ ਰਹੀ ਸੀ। ਤੇ ਇੱਥੇ ਮੈਂ ਕਹਿ ਦਿੰਦਾ ਕਿ ਮੰਨ ਲਓ ਇਹਨੇ ਬੈਂਡ ਕਰ ਦਿੱਤਾ ਇੱਦਾਂ ਰੇ ਨੂੰ, ਇੱਥੇ 30 ਡਿਗਰੀ ਕਰ ਦਿੱਤਾ। ਤੇ ਜੇਕਰ ਮੈਂ ਹੁਣ ਤੁਹਾਨੂੰ ਇਹ ਪੁੱਛਾਂ ਕਿ ਦੋਨਾਂ ਲੈਂਸ ਦੇ ਵਿੱਚੋਂ ਤਾਕਤ ਕਿਹਦੀ ਜ਼ਿਆਦਾ ਹੈ, ਤਾਂ ਤਾਕਤ ਤਾਂ ਇਸ ਦੀ ਜ਼ਿਆਦਾ ਹੈ, ਕਿਉਂਕਿ ਇਹਨੇ ਇਨਸੀਡੈਂਟ ਲਾਈਟ ਨੂੰ ਜ਼ਿਆਦਾ ਬੈਂਡ ਕੀਤਾ, 30 ਡਿਗਰੀ ਥੱਲੇ ਮੋੜ ਦਿੱਤਾ। ਇਹਨੇ ਕੀ ਕੀਤਾ, 20 ਡਿਗਰੀ ਥੱਲੇ ਮੋੜਿਆ। ਸੋ ਪਾਵਰ ਆਫ ਲੈਂਸ ਕੀ ਆ, ਪਾਵਰ ਆਫ ਲੈਂਸ ਇਜ਼ ਅਬਿਲਿਟੀ ਟੂ ਬੈਂਡ ਦਾ ਇਨਸੀਡੈਂਟ ਰੇ, ਕਿ ਇਨਸੀਡੈਂਟ ਰੇ ਨੂੰ ਉਹ ਕਿੰਨਾ ਬੈਂਡ ਕਰ ਦਿੰਦੀ ਆ, ਕਿੰਨਾ ਬੈਂਡ ਕਰਕੇ ਉਹ ਰਿਫਰੈਕਟਡ ਰੇ ਬਣਾ ਦਿੰਦੀ ਆ।
ਤੇ ਸਾਨੂੰ ਇੱਕ ਨਿਯਮ ਹੋਰ ਪਤਾ ਹੈ ਕਿ ਜਿੱਥੇ ਇਹ ਪ੍ਰਿੰਸੀਪਲ ਐਕਸਿਸ ਨੂੰ ਮਿਲਣਾ ਹੈ ਉੱਥੇ ਕੀ ਹੁੰਦਾ ਹੈ ਫੋਕਸ। ਹੁਣ ਅਸੀਂ ਕਹਿੰਦੇ ਹਾਂ ਕਿ ਇਸ ਕੇਸ ਦੇ ਵਿੱਚ ਇਸ A1 ਤੇ A2 ਕਿ 2 ਨੰਬਰ ਦੀ ਪਾਵਰ ਜ਼ਿਆਦਾ ਹੈ, ਇਹਨੇ ਇੰਸੀਡੈਂਟ ਨੂੰ ਸਿੱਧੀ ਜਾ ਰਹੀ ਸੀ ਜ਼ਿਆਦਾ ਨੀਚੇ ਮੋੜ ਦਿੱਤਾ। ਤੇ ਜੇਕਰ ਜ਼ਿਆਦਾ ਨੀਚੇ ਮੋੜ ਦਿੱਤਾ ਤਾਂ ਸਾਨੂੰ ਇਹ ਪਤਾ ਲੱਗੇਗਾ ਕਿ ਇਹਦੀ ਫੋਕਲ ਲੈਂਥ ਘਟ ਜਾਏਗੀ। ਮੈਂ ਇਹਦੀ ਫੋਕਲ ਲੈਂਥ F2 ਲਿਖ ਦਿੰਦਾ ਤੇ ਇਹਦੀ ਫੋਕਲ ਲੈਂਥ F1, ਕਿਉਂਕਿ ਜਿੰਨਾ ਜ਼ਿਆਦਾ ਉਹ ਬੈਂਡ ਕਰੇਗਾ, ਜੇ ਇਹ ਲੈਂਸ ਹੋਰ ਜ਼ਿਆਦਾ ਬੈਂਡ ਕਰਦਾ ਤਾਂ ਫੋਕਲ ਲੈਂਥ ਘਟ ਜਾਣੀ ਸੀ। ਮੈਂ ਕਹਿੰਦਾ ਕਿ ਮੰਨ ਲਓ ਇਸ ਲੈਂਸ ਨੇ ਹੋਰ ਜ਼ਿਆਦਾ ਬੈਂਡ ਕਰਤਾ ਤੇ ਫੋਕਲ ਲੈਂਥ ਘਟ ਗਈ। ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹਦੀ ਇੰਸੀਡੈਂਟ ਲਾਈਟ ਨੂੰ ਬੈਂਡ ਕਰਨ ਦੀ ਪਾਵਰ ਜ਼ਿਆਦਾ ਹੈ ਉਹਦੀ ਫੋਕਲ ਲੈਂਥ ਘੱਟ ਹੋਏਗੀ। ਸੋ ਅਸੀਂ ਲਿਖ ਲੈਂਦੇ ਹਾਂ ਕਿ ਪਾਵਰ ਦਾ ਕੀ ਰਿਲੇਸ਼ਨ ਆ, ਪਾਵਰ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਫੋਕਲ ਲੈਂਥ। ਮੈਂ ਦੁਬਾਰਾ ਦੱਸ ਦਿੰਦਾ, ਜਿਵੇਂ ਮੈਂ ਉਦਾਹਰਨਾਂ ਲਈਆਂ ਸੀ, 1 ਨੰਬਰ ਲੈਂਸ ਲਿਆ ਸੀ, 2 ਨੰਬਰ ਲੈਂਸ ਲਿਆ ਸੀ। ਮੈਂ ਕਿਹਾ ਕਿ ਮੰਨ ਲਓ ਇਸ ਲੈਂਸ ਨੇ 20 ਡਿਗਰੀ ਥੱਲੇ ਬੈਂਡ ਕੀਤਾ ਤੇ ਇਹਨੇ 30 ਡਿਗਰੀ ਕੀਤਾ। ਜਿਹਨੇ ਜ਼ਿਆਦਾ ਬੈਂਡ ਕੀਤਾ ਇਹਦਾ ਮਤਲਬ ਉਹਦੀ ਤਾਕਤ ਜ਼ਿਆਦਾ ਹੈ। ਪਰ ਇੱਥੇ ਇੱਕ ਗੱਲ ਹੋਰ ਹੋ ਗਈ ਕਿ ਜੇਕਰ ਇਹਨੇ ਜ਼ਿਆਦਾ ਕੀਤਾ ਇਹਦੀ ਫੋਕਲ ਲੈਂਥ ਘਟ ਗਈ, ਇਹਦੀ ਫੋਕਲ ਲੈਂਥ ਘਟ ਜਾਏਗੀ। ਜਿਵੇਂ ਮੈਂ ਇੱਥੇ ਦੱਸਿਆ ਕਿ ਮੰਨ ਲਓ ਜੇ ਇਹ ਵੀ 30 ਡਿਗਰੀ ਕਰਦਾ ਤੇ ਇਹਦੀ ਫੋਕਲ ਲੈਂਥ ਇੰਨੀ ਰਹਿ ਜਾਣੀ ਸੀ। ਤੇ ਸਾਡੇ ਕੋਲੋਂ ਰਿਲੇਸ਼ਨ ਕੀ ਬਣਦਾ, ਪਾਵਰ ਕੀ ਆ, ਇਨਵਰਸਲੀ ਪ੍ਰੋਪੋਰਸ਼ਨਲ ਆ ਫੋਕਲ ਲੈਂਥ ਤੇ। ਮਤਲਬ ਇਹਦਾ ਕੀ ਮਤਲਬ ਹੋਇਆ ਕਿ ਜੇ ਫੋਕਲ ਲੈਂਥ ਜ਼ਿਆਦਾ ਹੋਏਗੀ ਤੇ ਪਾਵਰ ਘੱਟ ਹੋਏਗੀ। ਇੱਥੇ ਕੀ ਆ, ਫੋਕਲ ਲੈਂਥ ਜ਼ਿਆਦਾ ਵਾ ਤੇ ਪਾਵਰ ਕਿੰਨੀ ਆ, 20 ਆ। ਤੇ ਇੱਥੇ ਫੋਕਲ ਲੈਂਥ ਘੱਟ ਆ ਤੇ ਪਾਵਰ 30 ਡਿਗਰੀ ਮੋੜਨ ਦੀ ਆ। ਵੈਸੇ ਅਸੀਂ ਪਾਵਰ ਨੂੰ ਡਿਗਰੀ ਦੇ ਵਿੱਚ ਨਹੀਂ ਨੋਟ ਕਰਦੇ, ਅਸੀਂ ਨੋਟ ਕਰਨਾ ਵਾ ਇਸੇ ਫਾਰਮੂਲੇ ਦੇ ਜ਼ਰੀਏ P ਡਾਇਰੈਕਟਲੀ ਪ੍ਰੋਪੋਰਸ਼ਨਲ ਟੂ 1/F। ਤੇ ਅਸੀਂ ਕੈਲਕੂਲੇਟ ਕਰਦੇ ਹਾਂ ਇਹਨੂੰ, ਪਾਵਰ ਇਜ਼ ਇਕੁਅਲ ਟੂ 1/F। ਇਸ ਤਰੀਕੇ ਨਾਲ ਕਰਦੇ ਹਾਂ 1/F। ਜੇਕਰ ਤੁਹਾਨੂੰ ਫੋਕਲ ਲੈਂਥ ਦਿੱਤੀ ਹੋਵੇ, ਇੱਥੇ ਇੱਕ ਗੱਲ ਬਹੁਤ ਧਿਆਨ ਦੇਣ ਯੋਗ ਆ, ਜੇਕਰ ਤੁਹਾਨੂੰ ਫੋਕਲ ਲੈਂਥ ਮੀਟਰ ਦੇ ਵਿੱਚ ਦਿੱਤੀ ਆ ਤੇ ਫਿਰ ਤੁਸੀਂ ਇਹ ਵਾਲਾ ਫਾਰਮੂਲਾ ਲਗਾ ਕੇ ਪਾਵਰ ਕੱਢਣੀ ਆ। ਤੇ ਜੇਕਰ ਤੁਹਾਨੂੰ ਫੋਕਲ ਲੈਂਥ ਦਿੱਤੀ ਹੋਈ ਆ ਸੈਂਟੀਮੀਟਰ ਦੇ ਵਿੱਚ, ਫੋਕਲ ਲੈਂਥ ਸੈਂਟੀਮੀਟਰ ਦੇ ਵਿੱਚ ਦਿੱਤੀ ਆ ਤੇ ਤੁਸੀਂ ਉੱਪਰ 100 ਯੂਜ਼ ਕਰਨਾ ਹੈ। ਸੋ ਸਾਡੇ ਕੋਲੋਂ ਇਹ ਫਾਰਮੂਲਾ ਬਣਿਆ ਪਾਵਰ ਦਾ, ਇੱਕ ਇਹ ਵਾਲਾ ਤੇ ਇੱਕ ਇਹ ਵਾਲਾ। ਅਗਰ ਫੋਕਲ ਲੈਂਥ ਮੀਟਰ 'ਚ ਦਿੱਤੀ ਆ ਤੇ 1/F, ਤੇ ਜੇ ਫੋਕਲ ਲੈਂਥ ਸੈਂਟੀਮੀਟਰ ਦਿੱਤੀ ਆ ਤੇ ਉੱਪਰ ਅਸੀਂ 100 ਯੂਜ਼ ਕਰਨਾ ਵਾ। ਤੇ ਇਸ ਪਾਵਰ ਦਾ ਯੂਨਿਟ ਕੀ ਆ, ਡਾਇਪਟਰ।